सत श्री अकाल दोस्तों, मैं सोनू राम केवी क्लासेस सरदूलगढ़ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਤੇ ਅੱਜ ਦਾ ਜਿਹੜਾ ਸੈਸ਼ਨ ਆਪਾਂ ਦੋਸਤੋ ਲੈ ਕੇ ਆਏ ਆ ਉਹ ਸੈਸ਼ਨ ਹੈਗਾ ਜੀ ਪ੍ਰੀ ਪ੍ਰਾਇਮਰੀ ਜਿਹੜੇ ਟੀਚਰਸ ਦੀਆਂ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ, ਐਨਟੀਟੀ ਟੀਚਰ ਦੀਆਂ ਜਿਹੜੀਆਂ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ 8300, ਠੀਕ ਹੈ ਜੀ। ਤੇ ਉਹਨਾਂ ਦੇ ਵਾਸਤੇ ਆ ਸਪੈਸ਼ਲੀ ਆ ਸੈਸ਼ਨ ਲੈ ਕੇ ਆਏ ਹਾਂ। ਤੇ ਬਾਕੀ ਜਿਹੜਾ ਤੁਹਾਨੂੰ ਸੈਸ਼ਨ ਇੰਪੋਰਟੈਂਟ ਹੈਗਾ ਉਹ ਪੀਐਸ ਟੈਟ ਵਾਲੇ ਬੱਚੇ ਵੀ ਦੇਖ ਸਕਦੇ, ਐਚ ਟੈਟ ਵਾਲੇ ਤੇ ਸੀ ਟੈਟ ਵਾਲੇ ਬੱਚੇ ਵੀ ਦੇਖ ਸਕਦੇ ਹੈ, ਕਿਉਂਕਿ ਜਿਹੜਾ ਪਹਿਲਾ ਚੈਪਟਰ ਹੈ ਗਰੋਥ ਐਂਡ ਡਿਵੈਲਪਮੈਂਟ ਤੇ ਜਿਹੜਾ ਸਾਈਕੋਲੋਜੀ ਦਾ ਤੁਹਾਨੂੰ ਪਤਾ ਇੱਕ ਪਾਰਟ ਹੈਗਾ। ਤੇ ਆ ਜਿਹੜੀ ਸਾਈਕੋ ਹੈਗੀ ਹੈ, ਆਹੀ ਜਿਹੜੀ ਸਾਈਕੋ ਹੈ, ਆਹੀ ਜਿਹੜਾ ਚੈਪਟਰ ਹੈ ਪੀਐਸ ਟੈਟ ਦੇ ਵਿੱਚ ਵੀ ਦਿੱਤਾ ਹੋਇਆ, ਐਚ ਟੈਟ ਦੇ ਵਿੱਚ ਵੀ ਦਿੱਤਾ ਹੋਇਆ ਤੇ ਸੀ ਟੈਟ ਦੇ ਵਿੱਚ ਵੀ ਦਿੱਤਾ ਹੈ। ਤੇ ਪ੍ਰੀ ਪ੍ਰਾਇਮਰੀ ਜਿਹੜੇ ਟੀਚਰ ਹੈ ਐਨਟੀਟੀ ਜਿਹੜੀਆਂ ਵੈਕੈਂਸੀਜ਼ ਨਿਕਲੀਆਂ ਹੋਈਆਂ ਨੇ ਇਹਦੇ ਵਿੱਚ ਜਿਹੜਾ ਪਹਿਲਾ ਹੀ ਤੁਹਾਡਾ ਟੌਪਿਕ ਦਿੱਤਾ ਹੋਇਆ, ਪਹਿਲਾ ਹੀ ਜਿਹੜਾ ਚੈਪਟਰ ਦਿੱਤਾ ਹੋਇਆ ਹੈ ਉਹ ਗਰੋਥ ਐਂਡ ਡਿਵੈਲਪਮੈਂਟ ਦਾ ਦਿੱਤਾ ਹੋਇਆ ਦੋਸਤੋ, ਠੀਕ ਹੈ। ਤਾਂ ਹੈਂਡ ਰਿਟਨ ਨੋਟਸ ਨੇ, ਹੈਂਡ ਰਿਟਨ ਨੋਟਸ ਤੋਂ ਮੈਂ ਤੁਹਾਨੂੰ ਇੱਕ ਇੱਕ ਚੀਜ਼ ਐਕਸਪਲੇਨ ਕਰੂੰਗਾ। ਜੇ ਕਿਸੇ ਬੱਚੇ ਨੂੰ ਨੋਟਸ ਸਾਡੇ ਚਾਹੀਦੇ ਨੇ ਤਾਂ ਉਹ ਮੈਨੂੰ ਕਮੈਂਟ ਵੀ ਕਰ ਸਕਦਾ ਹੈ, ਉਸ ਨੂੰ ਨੋਟਸ ਹੈ ਜਿਹੜੀ PDF ਦੇ ਰੂਪ ਦੇ ਵਿੱਚ ਪ੍ਰੋਵਾਈਡ ਕਰ ਦਿੱਤੇ ਜਾਣਗੇ, ਠੀਕ ਹੈ ਜੀ। ਤਾਂ ਬਟ ਸੈਸ਼ਨ ਹੈ ਜਿਹੜਾ ਉਹ ਧਿਆਨ ਨਾਲ ਦੇਖਣਾ ਹੈ। ਤੇ ਸਾਡੀ ਜਿਹੜੀ ਸਾਡਾ ਜਿਹੜਾ ਚੈਨਲ ਹੈ KV ਕਲਾਸਿਸ ਸਰਦੂਲਗੜ੍ਹ ਵਾਲਾ, ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਜੋ ਨਾਲੇ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਨੈਕਸਟ ਜਿਹੜੀਆਂ ਵੀਡੀਓ ਹੈ ਉਹਨਾਂ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਤੇ ਸਾਰੀ ਦੀ ਜਿਹੜੀ ਸਾਰੀ ਸਾਈਕੋ ਹੈ ਜਦੋਂ ਤੱਕ ਦਾ ਲੋਕਡਾਊਨ ਚੱਲੇਗਾ ਆਪਾਂ ਸਾਰੀ ਦੀ ਸਾਰੀ ਸਾਈਕੋ ਹੈ ਇਸੇ ਤਰ੍ਹਾਂ ਕਵਰ ਕਰਾਂਗੇ, ਠੀਕ ਹੈ ਜੀ। ਤਾਂ ਬੜਾ ਇੰਪੋਰਟੈਂਟ ਸੈਸ਼ਨ ਹੈ ਦੋਸਤੋ, ਵੀਡੀਓ ਦੇ ਅੰਤ ਤੱਕ ਬਣੇ ਰਹੋ, ਠੀਕ ਹੈ ਜੀ। ਤਾਂ ਪਹਿਲਾ ਹੀ ਜਿਹੜਾ ਟੌਪਿਕ ਹੈ ਆਪਣਾ ਉਹ ਕਿਹੜਾ ਜੀ, ਗਰੋਥ ਐਂਡ ਡਿਵੈਲਪਮੈਂਟ ਦਾ। ਕਿਹੜਾ ਜੀ, ਗਰੋਥ ਐਂਡ ਡਿਵੈਲਪਮੈਂਟ ਦਾ, ਠੀਕ ਹੈ ਦੋਸਤੋ। ਟੌਪਿਕ ਦਾ ਨਾਮ ਕੀ ਹੈ ਜੀ, ਗਰੋਥ ਐਂਡ ਡਿਵੈਲਪਮੈਂਟ, ਜਿਹੜਾ ਕਿ ਪੰਜਾਬੀ ਦੇ ਵਿੱਚ ਆਪਾਂ ਕਹਿ ਦਈਏ, ਗੱਲ ਕਰ ਲਈਏ ਵਾਧਾ ਅਤੇ ਵਿਕਾਸ। ਬਾਈਲਿੰਗੁਅਲ ਚੱਲਾਂਗੇ ਦੋਸਤੋ, ਕਿ ਕੁਛ ਕੁ ਬੱਚਿਆਂ ਦੇ ਪ੍ਰੋਬਲਮ ਪੰਜਾਬੀ ਦੇ ਵਿੱਚ ਹੈ, ਕਈਆਂ ਨੂੰ ਪ੍ਰੋਬਲਮ ਕੀ ਹੈ ਜੀ ਇੰਗਲਿਸ਼ ਦੇ ਵਿੱਚ ਹੈ। ਤਾਂ ਬਾਈਲਿੰਗੁਅਲ ਚੱਲਾਂਗੇ, ਨੋਟਸ ਵੀ ਤੁਸੀਂ ਦੇਖ ਸਕਦੇ ਹੋ ਬਾਈਲਿੰਗੁਅਲ ਹੀ ਬਣੇ ਹੋਏ ਹੈ। ਆਪਦੀ ਕਾਪੀ ਅਤੇ ਪੈਨ ਨਾਲ ਰੱਖ ਲਿਓ, ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਤੇ ਆਪਣੇ ਹੱਥ ਨਾਲ ਨੋਟ ਕਰ ਲਿਓ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੇਖੋ ਜੀ, ਗਰੋਥ ਐਂਡ ਡਿਵੈਲਪਮੈਂਟ, ਵਾਧਾ ਅਤੇ ਵਿਕਾਸ। ਵਾਧੇ ਅਤੇ ਵਿਕਾਸ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਪਹਿਲੀ ਗੱਲ ਤਾਂ ਗਰੋਥ ਐਂਡ ਡਿਵੈਲਪਮੈਂਟ ਹੁੰਦੀ ਕੀ ਹੈ, ਵਾਧਾ ਕੀ ਹੈ ਅਤੇ ਵਿਕਾਸ ਕੀ ਹੈ। ਵਾਧਾ ਕੀ ਹੈ ਦੋਸਤੋ, ਜਿਹਨੂੰ ਆਪਾਂ ਗਰੋਥ ਕਹਿ ਦਿੰਦੇ ਹਾਂ। ਤਾਂ ਗਰੋਥ ਤਾਂ ਕੀ ਹੈ, ਇੱਕ ਕਿਸਮ ਦਾ ਕੀ ਹੈ ਜੀ ਢਾਂਚਾ ਹੈ, ਇੱਕ ਕਿਸਮ ਦਾ ਸਟਰਕਚਰ ਹੈ ਜਿਹੜਾ ਵੱਧਦਾ ਹੈ। ਜਿਵੇਂ ਆਪਾਂ ਹਾਈਟ ਦੀ ਗੱਲ ਕਰ ਲਈਏ ਤਾਂ ਹਾਈਟ ਨੂੰ ਆਪਾਂ ਕੀ ਕਹਿੰਦੇ ਹਾਂ, ਗਰੋਥ ਕਹਿੰਦੇ ਹਾਂ, ਠੀਕ ਹੈ ਜੀ। ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਅਤੇ ਮੇਜ਼ਰ ਕਰ ਸਕਦੇ ਹਾਂ ਉਹਨੂੰ ਕੀ ਕਹਿੰਦੇ, ਦੇਖ ਸਕਦੇ ਹਾਂ ਅਤੇ ਮੇਜ਼ਰ ਕਰ ਸਕਦੇ ਹਾਂ। ਮੇਜ਼ਰ ਮਤਲਬ ਮਿਣ ਸਕਦੇ ਹਾਂ, ਗਿਣ ਸਕਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਗਰੋਥ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਗਰੋਥ ਦੇ ਵਿੱਚ ਕੀ ਆ ਗਿਆ, ਇੱਕ ਤਾਂ ਜਿਵੇਂ ਆਪਣਾ ਹਾਈਟ ਹੈ ਜਾਂ ਆਪਣਾ ਵੇਟ ਹੈ ਉਹਨੂੰ ਆਪਾਂ ਕਿਹਦੇ ਵਿੱਚ ਕਹਿ ਦਿੰਦੇ ਹਾਂ ਜੀ, ਗਰੋਥ ਕਹਿ ਦਿੰਦੇ ਹਾਂ। ਜਾਂ ਜਿਹੜੀ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਗਰੋਥ ਕਹਿ ਦਿੰਦੇ ਹਾਂ। ਅਤੇ ਵਿਕਾਸ, ਡਿਵੈਲਪਮੈਂਟ, ਡਿਵੈਲਪਮੈਂਟ ਕੀ ਹੁੰਦਾ ਦੋਸਤੋ, ਜਿਹਨੂੰ ਆਪਾਂ ਦੇਖ ਨਹੀਂ ਸਕਦੇ ਨਾ ਮੇਜ਼ਰ ਕਰ ਸਕਦੇ ਹਾਂ, ਜਿਹਨੂੰ ਸਿਰਫ ਅਤੇ ਸਿਰਫ ਆਪਾਂ ਕੀ ਕਰ ਸਕਦੇ ਹਾਂ ਜੀ, ਮਹਿਸੂਸ ਕਰ ਸਕਦੇ ਹਾਂ, ਠੀਕ ਹੈ ਜੀ। ਉਹਨੂੰ ਕੀ ਕਹਿੰਦੇ ਹਾਂ ਜੀ, ਆਪਾਂ ਵਿਕਾਸ ਕਹਿੰਦੇ ਹਾਂ। ਤਾਂ ਇੱਕ ਚੀਜ਼ ਹੋਰ ਧਿਆਨ ਰੱਖਿਓ, ਜਿਹੜੀ ਡਿਵੈਲਪਮੈਂਟ ਦੇ ਵਿੱਚ ਕੀ ਹੈ, ਗਰੋਥ ਤਾਂ ਆਉਂਦੀ ਹੁੰਦੀ। ਚਲੋ ਆਪਾਂ ਪੁਆਇੰਟ ਬਾਈ ਪੁਆਇੰਟ ਹੀ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਕੀ ਹੋ ਗਿਆ, ਜੇ ਗਰੋਥ ਦੀ ਆਪਾਂ ਗੱਲ ਕਰੀਏ ਤਾਂ ਫਿਜ਼ੀਕਲ ਚੇਂਜਸ। ਫਿਜ਼ੀਕਲ ਚੇਂਜਸ ਆਲਰੇਡੀ ਤੁਹਾਨੂੰ ਮੈਂ ਹੁਣੇ ਦੱਸ ਕੇ ਗਿਆ ਵੀ ਗਰੋਥ ਕੀ ਹੁੰਦੀ ਹੈ, ਜਿਹੜੀ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਜਾਂ ਮੇਜ਼ਰ ਕਰ ਸਕਦੇ ਹਾਂ। ਜਿਵੇਂ ਆਪਣੀ ਹਾਈਟ ਹੈ, ਫਿਜ਼ੀਕਲ ਚੇਂਜਸ ਮਤਲਬ ਹਾਈਟ ਵੀ ਆ ਗਿਆ, ਵੇਟ ਵੀ ਆ ਗਿਆ, ਸਾਰਾ ਕੁਛ ਹੀ ਆ ਗਿਆ ਇਹਦੇ ਵਿੱਚ, ਠੀਕ ਹੈ ਜੀ। ਤਾਂ ਫਿਜ਼ੀਕਲ ਚੇਂਜਸ, ਇਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਗਰੋਥ ਕਹਿੰਦੇ ਹਾਂ। ਸੈਕਿੰਡ ਕੀ ਆ ਗਿਆ ਜੀ ਆਪਣੇ ਕੋਲ, ਕੋਗਨੇਟਿਵ ਚੇਂਜਸ। ਕੋਗਨੇਟਿਵ ਮਤਲਬ ਗੁਣਾਤਮਕ, ਗੁਣਾਂ ਦੇ ਵਿੱਚ ਵਾਧਾ, ਠੀਕ ਹੈ ਜੀ। ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਕਿਉਂਕਿ ਦੇਖੋ ਜਿਵੇਂ ਮੰਨ ਲਓ ਆਪਣੇ ਕਹਿੰਦੇ ਨਾ ਵੀ ਬੱਚਾ ਛੋਟਾ ਹੈ ਜਾਂ ਸਿਆਣਾ ਨਹੀਂ ਹੋਇਆ, ਵੱਡਾ ਹੋ ਕੇ ਕੀ ਹੋ ਜਾਏਗਾ ਵੀ ਸਿਆਣਾ ਹੋ ਜਾਏਗਾ, ਮਤਲਬ ਕੀ ਹੈ, ਉਹਦਾ ਕੋਗਨੇਟਿਵ ਡਿਵੈਲਪਮੈਂਟ ਹੋ ਰਹੀ ਹੈ, ਗੁਣਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਕਹਿੰਦੇ ਵੀ ਬੱਚਾ ਸਿਆਣਾ ਹੋ ਗਿਆ ਹੁਣ ਇਹਦਾ ਵਿਆਹ ਕਰ ਦਿਓ, ਠੀਕ ਹੈ, ਇਹਦਾ ਮਤਲਬ ਕੀ ਹੋ ਗਿਆ, ਗੁਣਾਤਮਕ ਡਿਵੈਲਪਮੈਂਟ ਹੋ ਗਈ। ਅਤੇ ਉਹ ਗੁਣਾਤਮਕ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਦਿਨੋਂ ਦਿਨ ਚੱਲਦੀ ਰਹਿੰਦੀ ਹੈ। ਕਹਿਣ ਦਾ ਮਤਲਬ ਕੀ ਹੈ ਦੋਸਤੋ, ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਵਰਮ ਟੂ ਟੌਮ ਚੱਲਦੀ ਹੈ। ਕਿੱਥੋਂ ਚੱਲਦੀ ਹੈ ਜੀ, ਵਰਮ ਟੂ ਟੌਮ, ਵਰਮ ਟੂ ਟੌਮ ਚੱਲਦੀ ਹੈ। ਵਰਮ ਦਾ ਮਤਲਬ ਕੀ ਹੋ ਗਿਆ ਜੀ, ਗਰਭ, ਅਤੇ ਟੌਮ ਕੀ ਹੋ ਗਿਆ ਜੀ, ਕਬਰ। ਗਰਭ ਤੋਂ ਕਿੱਥੋਂ ਲੈ ਕੇ ਚੱਲਦੀ ਹੈ ਜੀ, ਕਬਰ ਤੱਕ। ਕਿਉਂਕਿ ਦੇਖੋ ਆਪਾਂ ਕਹਿੰਦੇ ਹੋ ਨਾ ਬੰਦਾ ਸਿੱਖਦਾ ਹੀ ਰਹਿੰਦਾ ਵੀ ਐਂਡ ਤੱਕ ਸਿੱਖਦਾ ਰਹਿੰਦਾ ਜਦੋਂ ਤੱਕ ਉਹਦੀ ਡੈਥ ਨਹੀਂ ਹੋ ਜਾਂਦੀ, ਠੀਕ ਹੈ ਜੀ। ਤਾਂ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਵਰਮ ਟੂ ਟੌਮ ਚੱਲਦੀ ਹੈ। ਬਟ ਜਿਹੜੀ ਗਰੋਥ ਹੁੰਦੀ ਹੈ ਦੋਸਤੋ, ਗਰੋਥ ਦਾ ਇੱਕ ਪਰਟੀਕੂਲਰ ਇੱਕ ਟਾਈਮ ਪੀਰੀਅਡ ਹੁੰਦੀ ਹੈ। ਪਰਟੀਕੂਲਰ ਟਾਈਮ ਪੀਰੀਅਡ ਤੋਂ ਬਾਅਦ ਜਿਹੜੀ ਗਰੋਥ ਹੈ ਉਹ ਕੀ ਹੈ ਜੀ, ਰੁਕ ਜਾਂਦੀ ਹੈ, ਠੀਕ ਹੈ ਜੀ। ਗਰੋਥ ਹੈ ਉਹ ਰੁਕ ਜਾਂਦੀ ਹੈ, ਬਟ ਜਿਹੜੀ ਡਿਵੈਲਪਮੈਂਟ ਹੈ ਉਹ ਰੁਕਦੀ ਨਹੀਂ, ਉਹ ਲਗਾਤਾਰ ਕੀ ਹੈ ਜੀ, ਚੱਲਦੀ ਰਹਿੰਦੀ ਹੈ। ਵਰਮ ਟੂ ਟੌਮ, ਗਰਭ ਤੋਂ ਲੈ ਕੇ ਕਬਰ ਤੱਕ। ਮਤਲਬ ਕਹਿਣ ਦਾ ਕੀ ਹੈ, ਜਿਹੜੀ ਡਿਵੈਲਪਮੈਂਟ ਹੈ ਮਾਂ ਦੇ ਗਰਭ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਗਰਭ ਤੋਂ ਸ਼ੁਰੂ ਹੋ ਕੇ
ਕਬਰ ਤੱਕ ਚੱਲਦੀ ਹੈ ਬੰਦੇ ਦੀ। ਬਟ ਜਿਹੜਾ ਗਰੋਥ ਹੈ, ਵਾਧਾ ਜਿਹੜਾ ਹੈਗਾ ਉਹ ਇੱਕ ਪਰਟੀਕੂਲਰ ਪੀਰੀਅਡ ਤੱਕ ਹੀ ਹੈ। ਤਾਂ ਸਭ ਤੋਂ ਪਹਿਲਾ ਪੁਆਇੰਟ ਤਾਂ ਕੀ ਆ ਗਿਆ ਜੀ, ਫਿਜ਼ੀਕਲ ਚੇਂਜਸ। ਠੀਕ ਹੈ ਜੀ, ਸਰੀਰਕ ਜਿਹੜਾ ਚੇਂਜ ਹੁੰਦਾ ਹੈ, ਸਰੀਰਕ ਦੇ ਵਿੱਚ ਜਿਹੜਾ ਬਦਲਾਅ ਹੁੰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਗਰੋਥ ਕਹਿੰਦੇ ਹਾਂ। ਅਤੇ ਕੋਗਨੇਟਿਵ ਮਤਲਬ ਗੁਣਾਂ ਦੇ ਵਿੱਚ ਜਿਹੜਾ ਬੌਧਿਕ ਜਿਹੜਾ ਬਦਲਾਅ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਕੋਗਨੇਟਿਵ ਡਿਵੈਲਪਮੈਂਟ ਕਹਿੰਦੇ ਹਾਂ। ਸੈਕਿੰਡ ਪੁਆਇੰਟ ਕੀ ਆ ਗਿਆ ਜੀ, ਕੁਆਂਟੀਟੇਟਿਵ। ਆਲਰੇਡੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਕੁਆਂਟੀਟੇਟਿਵ ਮਤਲਬ ਜਿਹਨੂੰ ਗਿਣ ਸਕਦੇ ਹਾਂ, ਜਿਹਨੂੰ ਮਿਣ ਸਕਦੇ ਹਾਂ, ਜਿਵੇਂ ਆਪਣੀ ਹਾਈਟ ਹੈ, ਜਿਵੇਂ ਆਪਣੇ ਦੰਦ ਨੇ, ਜਿਵੇਂ ਆਪਣੀਆਂ ਕੀ ਨੇ, ਹੱਡੀਆਂ ਨੇ। ਇਹ ਆਪਣੇ ਕੋਲ ਕੀ ਆ ਗਿਆ ਜੀ, ਸਾਰੇ ਦਾ ਸਾਰਾ ਪਾਰਟ ਕਾਹਦੇ ਵਿੱਚ ਆ ਗਿਆ ਜੀ, ਗਰੋਥ ਦੇ ਵਿੱਚ ਆ ਗਿਆ। ਕੁਆਲੀਟੇਟਿਵ, ਕੁਆਲੀਟੇਟਿਵ ਮਤਲਬ ਗੁਣਾਤਮਕ, ਗੁਣਾਂ ਦੇ ਵਿੱਚ ਵਾਧਾ, ਮਤਲਬ ਆਪਣਾ ਦਿਮਾਗ ਜਿਹੜਾ ਹੈਗਾ ਹੈ, ਠੀਕ ਹੈ ਜੀ, ਉਹਨੂੰ ਆਪਾਂ ਕੀ ਕਹਿੰਦੇ ਨੇ, ਕਿਹਦੇ ਵਿੱਚ ਕਾਊਂਟ ਕਰ ਸਕਦੇ ਹਾਂ, ਆਪਾਂ ਡਿਵੈਲਪਮੈਂਟ ਦੇ ਵਿੱਚ ਕਾਊਂਟ ਕਰ ਸਕਦੇ ਹਾਂ। ਥਰਡ ਪੁਆਇੰਟ ਕੀ ਆ ਗਿਆ ਜੀ, ਗਰੋਥ ਜਿਹੜਾ ਵਾਧਾ ਹੈ ਇੱਕ ਸਮੇਂ ਤੋਂ ਬਾਅਦ ਕੀ ਹੈ ਜੀ, ਲਗਭਗ ਰੁਕ ਜਾਂਦਾ ਹੈ। ਆਲਰੇਡੀ ਆਪਾਂ ਪਹਿਲਾਂ ਵੀ ਪੁਆਇੰਟ ਜਿਹੜਾ ਉਹ ਡਿਸਕਸ ਕਰ ਚੁੱਕੇ ਹਾਂ। ਡਿਵੈਲਪਮੈਂਟ ਇਜ਼ ਏ ਨਾਨ ਸਟੋਪੇਬਲ ਕੰਟੀਨਿਊਸ ਪ੍ਰੋਸੈਸ। ਤੇ ਡਿਵੈਲਪਮੈਂਟ ਜਿਹੜੀ ਹੈਗੀ ਹੈ, ਕਹਿੰਦਾ ਉਹ ਕੰਟੀਨਿਊਸ ਪ੍ਰੋਸੈਸ ਹੈ, ਲਗਾਤਾਰ ਚੱਲਦੀ ਰਹਿੰਦੀ ਹੈ, ਇਹ ਕਦੇ ਵੀ ਰੁਕਦੀ ਨਹੀਂ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਆਪਾਂ ਜਿਵੇਂ ਡਿਵੈਲਪਮੈਂਟ ਦੇ ਵਿੱਚ ਅੱਗੇ ਪੜ੍ਹਾਂਗੇ, ਪਿਆਜੇ ਨੇ ਕੀ ਕੁਛ ਕਿਹਾ ਜੀ, ਕਿਉਂ ਇਹ ਸਟੇਜਸ ਦੀ ਗੱਲ ਕਰਦਾ ਹੈ, ਉਹ ਗੱਲਾਂ ਅਲੱਗ ਨੇ। ਬਟ ਫਿਰ ਵੀ ਆਪਾਂ ਜੇ ਗੱਲ ਕਰੀਏ ਤਾਂ ਡਿਵੈਲਪਮੈਂਟ ਹੈ ਭਾਵੇਂ ਸਟੇਜਸ ਦੇ ਵਿੱਚ ਹੁੰਦੀ ਹੈ, ਜਿਵੇਂ ਮਰਜ਼ੀ ਹੈ, ਇੱਕ ਕੰਟੀਨਿਊਸ ਪ੍ਰੋਸੈਸ ਹੈ, ਉਹ ਚੱਲਦੀ ਰਹਿੰਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਕਹਿੰਦਾ ਜੀ, ਗਰੋਥ ਪੋਸੀਬਲ ਵਿਦਾਊਟ ਡਿਵੈਲਪਮੈਂਟ। ਜਿਹੜੀ ਗਰੋਥ ਹੈ ਉਹ ਬਿਨਾਂ ਡਿਵੈਲਪਮੈਂਟ ਤੋਂ ਪੋਸੀਬਲ ਹੈ। ਹੁਣ ਇਹਦੀ ਕੀ ਹੈ ਐਗਜ਼ਾਮਪਲ, ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਆਸ-ਪਾਸ ਦੇ ਵਿੱਚ ਜਾਂ ਤੁਹਾਡੀ ਰਿਸ਼ਤੇਦਾਰੀ ਵਿੱਚ ਤੁਸੀਂ ਇੱਦਾਂ ਦੇ ਬੱਚੇ ਦੇਖੇ ਹੋਣਗੇ ਜਿਨ੍ਹਾਂ ਦੀ ਹਾਈਟ ਬੜੀ ਹੋਏਗੀ, 5-6 ਫੁੱਟ ਦੇ ਹੋ ਜਾਂਦੇ ਨੇ, ਵੱਡੇ ਹੋ ਜਾਂਦੇ ਨੇ, ਬਟ ਉਹਨਾਂ ਦੇ ਦਿਮਾਗ ਦਾ ਵਿਕਾਸ ਹੈ ਜਿਹੜਾ ਨਹੀਂ ਹੁੰਦਾ। ਤਾਂ ਇਹਦਾ ਕਹਿਣ ਦਾ ਮਤਲਬ ਕੀ ਹੋ ਗਿਆ ਵੀ ਜਿਹੜੀ ਗਰੋਥ ਪੋਸੀਬਲ ਹੈ ਵਿਦਾਊਟ ਡਿਵੈਲਪਮੈਂਟ, ਮਤਲਬ ਜ਼ਰੂਰੀ ਨਹੀਂ ਹੈ ਉਹਦਾ ਬੱਚੇ ਦਾ ਮਾਨਸਿਕ ਵਿਕਾਸ ਹੋਵੇ ਹੀ ਹੋਵੇ। ਠੀਕ ਹੈ ਜੀ, ਬੌਧਿਕ ਵਿਕਾਸ ਹੋਵੇ ਹੀ ਹੋਵੇ, ਕੋਈ ਜ਼ਰੂਰੀ ਨਹੀਂ ਹੈਗਾ, ਬਟ ਉਹਦੀ ਡਿਵੈਲਪਮੈਂਟ ਹੈ ਜਿਹੜੀ ਫਿਰ ਵੀ ਹੋ ਸਕਦੀ ਹੈ। ਦੈਨ ਉਸ ਤੋਂ ਬਾਅਦ ਡਿਵੈਲਪਮੈਂਟ ਦੇ ਵਿੱਚ ਆਪਾਂ ਦੇਖੀਏ ਤਾਂ ਡਿਵੈਲਪਮੈਂਟ ਇੰਪੋਸੀਬਲ ਵਿਦਾਊਟ ਗਰੋਥ, ਬਟ ਵਿਦਾਊਟ ਗਰੋਥ ਡਿਵੈਲਪਮੈਂਟ ਪੋਸੀਬਲ ਨਹੀਂ ਹੈਗੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਬੱਚਾ ਜਮਾਂ ਛੋਟਾ ਰਹਿ ਜੇ ਤਾਂ ਉਹਦਾ ਬੌਧਿਕ ਵਿਕਾਸ ਉਹ ਬਹੁਤ ਜ਼ਿਆਦਾ ਹੋ ਜਾਏਗਾ, ਕਦੇ ਵੀ ਨਹੀਂ ਹੋ ਸਕਦਾ। ਜਿਹੜਾ ਬੱਚਾ ਛੋਟਾ ਹੋਵੇਗਾ, ਇੱਕ ਚੀਜ਼ ਹੋਰ ਦੇਖਿਓ, ਇੱਥੇ ਤੁਸੀਂ ਕੋਈ ਪਰਟੀਕੂਲਰ ਕੇਸ ਹੁੰਦੇ ਨੇ ਜਿਹੜਾ ਉਹਦਾ ਹੋ ਜਾਂਦਾ, ਤੁਸੀਂ ਆਖੋਗੇ ਸਾਡੇ ਗੁਆਂਢ ਦੇ ਵਿੱਚ ਹੈ ਜੀ, ਉਹਦਾ 2 ਫੁੱਟ ਦੀ ਹਾਈਟ ਹੈ ਜੀ ਅਤੇ ਉਹਦਾ ਬੌਧਿਕ ਵਿਕਾਸ ਬਹੁਤ ਵਧੀਆ ਜੀ। ਠੀਕ ਹੈ, ਜਿਵੇਂ ਆਪਾਂ ਕੋਟੱਲੇ ਦੀ ਗੱਲ ਕਰ ਲਈਏ, ਉਹ ਪਰਟੀਕੂਲਰ ਕੇਸ ਹੁੰਦੇ ਨੇ ਦੋਸਤੋ। ਠੀਕ ਹੈ ਨਾ, ਸਾਈਕੋਲੋਜੀ ਆਹ ਚੀਜ਼ ਨਹੀਂ ਕਹਿੰਦੀ, ਮਨੋਵਿਗਿਆਨ ਆਹ ਚੀਜ਼ ਨਹੀਂ ਕਹਿੰਦੀ। ਮਨੋਵਿਗਿਆਨ ਕੀ ਕਹਿੰਦਾ ਜੀ, ਜਿਹੜੇ ਬੱਚੇ ਦੀ ਫਿਜ਼ੀਕਲ ਡਿਵੈਲਪਮੈਂਟ ਹੋਏਗੀ ਜਾਂ ਜਿਹੜੇ ਬੱਚੇ ਦਾ ਕੀ ਹੋਏਗਾ, ਗਰੋਥ ਹੋਏਗਾ, ਉਹੀ ਬੱਚੇ ਦਾ ਕੀ ਹੋ ਸਕਦੀ ਹੈ, ਡਿਵੈਲਪਮੈਂਟ ਹੋ ਸਕਦੀ ਹੈ। ਜਿਹੜੇ ਬੱਚੇ ਦੀ ਗਰੋਥ ਨਹੀਂ ਹੋਏਗੀ ਉਸ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਆ ਗਿਆ ਜੀ, ਵਾਧਾ ਇੱਕ ਛੋਟੀ ਚੀਜ਼ ਹੈ, ਵਾਧੇ ਦਾ ਦਾਇਰਾ ਛੋਟਾ ਹੈ। ਠੀਕ ਹੈ ਜੀ, ਤਾਂ ਵਾਧੇ ਦਾ ਦਾਇਰਾ ਕੀ ਹੈ ਜੀ, ਛੋਟਾ ਹੈ। ਆਟੋਮੈਟਿਕ ਗੱਲ ਤੁਹਾਨੂੰ ਅੱਗੇ ਵੀ ਕਲੀਅਰ ਹੋ ਜਾਏਗੀ ਵੀ ਦਾਇਰਾ ਛੋਟਾ ਕਿਵੇਂ ਹੈ, ਕਿਉਂਕਿ ਡਿਵੈਲਪਮੈਂਟ ਦਾ ਇੱਕ ਬਹੁਤ ਵੱਡਾ ਦਾਇਰਾ ਹੈ। ਡਿਵੈਲਪਮੈਂਟ ਦੇ ਵਿੱਚ ਤਾਂ ਜਿਹੜੀ ਗਰੋਥ ਹੈ ਉਹ ਇੱਕ ਐਗਜ਼ਿਸਟ ਕਰਦੀ ਹੈ। ਦੇਖੋ ਆਪਾਂ ਅੱਗੇ ਸਰਕਲ ਦੇ ਵਿੱਚ ਵੀ ਸ਼ੋਅ ਕੀਤਾ ਹੋਇਆ ਹੈ ਵੀ ਆਹ ਸਰਕਲ ਆ ਗਿਆ, ਇੱਕ ਵੱਡਾ ਸਰਕਲ ਆ ਗਿਆ, ਇਸ ਵੱਡੇ ਸਰਕਲ ਦੇ ਵਿੱਚ ਆਹ ਵੱਡਾ ਸਰਕਲ ਕਿਹਨੂੰ ਸ਼ੋਅ ਕਰ ਰਿਹਾ ਜੀ, ਡਿਵੈਲਪਮੈਂਟ ਨੂੰ ਸ਼ੋਅ ਕਰ ਰਿਹਾ ਹੈ। ਤਾਂ ਇਸ ਡਿਵੈਲਪਮੈਂਟ ਦੇ ਵਿੱਚ ਗਰੋਥ ਦਾ ਇੱਕ ਛੋਟਾ ਜਿਹਾ ਐਗਜ਼ਿਸਟ ਕਰਦਾ ਹੈ, ਇੱਕ ਛੋਟਾ ਜਿਹਾ ਪਾਰਟ ਹੈ। ਠੀਕ ਹੈ ਜੀ, ਤਾਂ ਕਹਿੰਦਾ ਗਰੋਥ ਇਜ਼ ਏ ਪਾਰਟ ਆਫ ਡਿਵੈਲਪਮੈਂਟ। ਤੇ ਨੈਕਸਟ ਪੁਆਇੰਟ ਕੀ ਆ ਗਿਆ ਜੀ, ਗਰੋਥ ਇਜ਼ ਏ ਪਾਰਟ ਆਫ ਡਿਵੈਲਪਮੈਂਟ। ਤੇ ਡਿਵੈਲਪਮੈਂਟ ਵਿੱਚ ਗਰੋਥ ਹਮੇਸ਼ਾ ਸ਼ਾਮਿਲ ਹੁੰਦੀ ਹੈ। ਠੀਕ ਹੈ, ਆਲਰੇਡੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ, ਕਲੀਅਰ ਜੀ। ਤਾਂ ਉਸ ਤੋਂ ਬਾਅਦ ਕੀ ਕਹਿੰਦਾ ਜੀ, ਵਾਧਾ ਇੱਕ ਢਾਂਚਾ, ਸਟਰਕਚਰ ਹੈ। ਤਾਂ ਆਹੀ ਚੀਜ਼ ਹੈ, ਇੱਕ ਸਟਰਕਚਰ ਹੋ ਗਿਆ, ਮਤਲਬ ਜਿਵੇਂ ਆਪਾਂ ਫਿਜ਼ੀਕਲ ਹੈ, ਬੰਦੇ ਦੀ ਹਾਈਟ ਹੈ ਜਿਹੜੀ, ਉਹ ਆਪਾਂ ਦੇਖ ਸਕਦੇ ਹਾਂ, ਇੱਕ ਸਟਰਕਚਰ ਹੈ, ਇੱਕ ਬੋਡੀ ਹੈ, ਉਹਨੂੰ ਆਪਾਂ ਕੀ ਕਹਿੰਦੇ ਨੇ ਜੀ, ਗਰੋਥ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਕੀ ਆ ਗਿਆ ਆਪਣੇ ਕੋਲ, ਉਸ ਤੋਂ ਬਾਅਦ ਕੀ ਆ ਗਿਆ ਦੋਸਤੋ, ਉਸ ਤੋਂ ਬਾਅਦ ਕੀ ਆ ਗਿਆ ਆਪਣੇ ਕੋਲ, ਕਹਿੰਦਾ ਜਿਵੇਂ ਡਿਵੈਲਪਮੈਂਟ ਇਜ਼ ਫੰਕਸ਼ਨਿੰਗ ਪ੍ਰੋਸੈਸ। ਠੀਕ ਹੈ, ਇੱਕ ਫੰਕਸ਼ਨਿੰਗ ਪ੍ਰੋਸੈਸ ਹੈ, ਜਿਵੇਂ ਆਪਣੇ ਦਿਮਾਗ ਹੈ ਉਹ ਫੰਕਸ਼ਨ ਕਰਦਾ ਰਹਿੰਦਾ ਹੈ। ਠੀਕ ਹੈ ਜੀ, ਉਹ ਮੂਵਮੈਂਟ ਕਰਦਾ ਰਹਿੰਦਾ ਹੈ, ਗਤੀ ਕਰਦੇ ਰਹਿੰਦਾ ਹੈ। ਤਾਂ ਇਸ ਕਰਕੇ ਕੀ ਕਹਿੰਦਾ, ਡਿਵੈਲਪਮੈਂਟ ਇਜ਼ ਏ ਫੰਕਸ਼ਨਿੰਗ ਪ੍ਰੋਸੈਸ। ਠੀਕ ਹੈ ਜੀ, ਅਤੇ ਉਹ ਕੀ ਸੀਗਾ, ਆਪਣੇ ਕੋਲ ਇੱਕ ਢਾਂਚਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਇੱਕ ਪੁਆਇੰਟ ਕੀ ਕਹਿੰਦਾ ਜੀ, ਜਦੋਂ ਵੀ ਕਦੇ ਕਿਤੇ ਵੀ ਇਕੱਲੇ ਗਰੋਥ ਬਾਰੇ ਪੜ੍ਹਾਂਗੇ ਤਾਂ ਕਿਤੇ ਨਾ ਕਿਤੇ ਅੰਡਰਸਟੂਡ ਹੀ ਹੈ ਵੀ ਉਹਦੇ ਵਿੱਚ ਕੀ ਹੈ, ਡਿਵੈਲਪਮੈਂਟ ਕੀ ਹੁੰਦੀ ਹੈ ਜੀ, ਸ਼ਾਮਿਲ ਹੁੰਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਕਹਿੰਦਾ, ਫੰਕਸ਼ਨਿੰਗ, ਜਦੋਂ ਕਿਸੇ ਕਦੇ ਵੀ ਇਕੱਲੇ ਵਿਕਾਸ ਦੀ ਗੱਲ ਕਰਾਂਗੇ ਤਾਂ ਕਿਤੇ ਕਿਤੇ ਵਾਧਾ ਵੀ ਉਸ ਦੇ ਵਿੱਚ ਕੀ ਹੁੰਦਾ ਜੀ, ਸ਼ਾਮਿਲ ਹੁੰਦਾ ਹੈ। ਤਾਂ ਉਹੀ ਚੀਜ਼ ਹੈ, ਇੱਕ ਦੂਜੇ ਨਾਲ ਕੀ ਨੇ ਜੀ, ਇੰਟਰਲਿੰਕਡ ਨੇ। ਤਾਂ ਆਪਾਂ ਡਿਵੈਲਪਮੈਂਟ ਬਾਰੇ ਪੜ੍ਹਾਂਗੇ ਤਾਂ ਉਸ ਦੇ ਵਿੱਚ ਵਿਕਾਸ ਸ਼ਾਮਿਲ ਹੁੰਦਾ, ਗਰੋਥ ਸ਼ਾਮਿਲ ਹੁੰਦੀ ਹੈ। ਅਤੇ ਜਦੋਂ ਆਪਾਂ ਗਰੋਥ ਬਾਰੇ ਪੜ੍ਹਾਂਗੇ ਤਾਂ ਉਸ ਦੇ ਵਿੱਚ ਕੀ ਹੁੰਦੀ ਜੀ, ਆਟੋਮੈਟਿਕ ਡਿਵੈਲਪਮੈਂਟ ਸ਼ਾਮਿਲ ਹੁੰਦੀ ਹੈ। ਉਸ ਤੋਂ ਬਾਅਦ ਕੀ ਕਹਿੰਦਾ ਨੈਕਸਟ ਪੁਆਇੰਟ, ਵਾਧੇ, ਗਰੋਥ ਦੇ ਸਾਰੇ ਜਿਹੜੇ ਪੁਆਇੰਟ ਨੇ ਡਿਵੈਲਪਮੈਂਟ ਵਾਲੇ, ਦੇਖੋ ਦੇ ਵਾਧੇ, ਗਰੋਥ ਦੇ ਸਾਰੇ ਪੁਆਇੰਟਸ, ਵਿਕਾਸ
ਡਿਵੈਲਪਮੈਂਟ ਵਿੱਚ ਕੀ ਹੁੰਦੇ ਨੇ, ਆਟੋਮੈਟਿਕਲੀ ਸ਼ਾਮਿਲ ਹੁੰਦੇ ਨੇ। ਆਹੀ ਚੀਜ਼ ਤੁਹਾਨੂੰ ਦੱਸ ਗਿਆ ਵੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਡਿਵੈਲਪਮੈਂਟ ਦੇ ਵਿੱਚ ਕੀ ਹੈ, ਗਰੋਥ ਤਾਂ ਆਟੋਮੈਟਿਕ ਕੀ ਹੁੰਦੀ ਹੈ ਜੀ, ਸ਼ਾਮਿਲ ਹੁੰਦੀ ਹੈ ਦੋਸਤੋ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਜੀ, ਇਹਦਾ ਸਟੇਜਸ ਦੀ ਆਪਾਂ ਗੱਲ ਕਰਦੇ ਹਾਂ, ਜਿਹੜੀਆਂ ਕਿ ਮੋਸਟ ਇੰਪੋਰਟੈਂਟ ਨੇ, ਜਿੱਥੋਂ ਕਿ ਕੁਐਸਚਨ ਹਮੇਸ਼ਾ ਦੋਸਤੋ ਬਣਦਾ ਹੀ ਬਣਦਾ ਹੈ। ਸਟੇਜਸ ਤੋਂ ਕੁਐਸਚਨ ਬਣਦਾ ਹੀ ਬਣਦਾ ਹੈ, ਉਹ ਭਾਵੇਂ ਟੈਟ ਦੀ ਗੱਲ ਕਰ ਲਓ ਤੇ ਭਾਵੇਂ ਇੱਥੋਂ ਹੀ ਗੱਲ ਕਰ ਲਓ। ਐਨਟੀਟੀ ਦੇ ਵਿੱਚ ਵੀ ਕੀ ਹੈ, ਇੱਕ ਕੁਐਸਚਨ ਸਟੇਜਸ ਦੇ ਵਿੱਚੋਂ ਬਣੇ ਹੀ ਬਣੇਗਾ। ਠੀਕ ਹੈ ਜੀ। ਤਾਂ ਟੋਟਲ ਸਟੇਜਸ ਦੀ ਜੇ ਦੋਸਤੋ ਆਪਾਂ ਗੱਲ ਕਰ ਲਈਏ ਤਾਂ ਟੋਟਲ ਸਟੇਜਸ ਕਿੰਨੀਆਂ ਹੁੰਦੀਆਂ ਨੇ, 6 ਸਟੇਜਸ ਦੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ। ਬਟ ਇੰਪੋਰਟੈਂਟ ਜਿਹੜੀਆਂ ਹੈਗੀਆਂ ਨੇ ਸਿਰਫ ਤੇ ਸਿਰਫ 4 ਸਟੇਜਸ ਹੀ ਇੰਪੋਰਟੈਂਟ ਨੇ। ਠੀਕ ਹੈ ਜੀ। ਕਿਹੜੀਆਂ ਜਿਹੜੀਆਂ ਸਟੇਜਸ ਨੇ ਉਹ ਇੰਪੋਰਟੈਂਟ ਨੇ, ਤਾਂ ਉਹ ਕਿਹੜੀਆਂ ਸਟੇਜਸ ਇੰਪੋਰਟੈਂਟ ਨੇ ਜੀ। ਇੱਕ ਤਾਂ ਆਪਾਂ ਇਨਫੈਂਸੀ ਸਟੇਜ ਦੀ ਗੱਲ ਕਰਾਂਗੇ, ਇਨਫੈਂਸੀ, ਇੱਕ ਚਾਈਲਡਹੁੱਡ ਦੀ ਗੱਲ ਕਰਾਂਗੇ, ਇੱਕ ਅਡੋਲਸੈਂਸ ਦੀ ਗੱਲ ਕਰਾਂਗੇ, ਇੱਕ ਅਡਲਟਹੁੱਡ ਦੀ ਗੱਲ ਕਰਾਂਗੇ। ਇਹਨਾਂ ਨੂੰ ਮੈਂ ਅੱਗੇ ਐਕਸਪਲੇਨ ਵੀ ਕਰੂੰਗਾ ਅਤੇ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਦੱਸੂੰਗਾ ਵੀ ਇਨਫੈਂਸੀ ਕੀ ਹੈ, ਚਾਈਲਡਹੁੱਡ ਕੀ ਹੈ, ਅਡੋਲੋਸੈਂਸ ਕੀ ਹੈ ਅਤੇ ਅਰਲੀ ਚਾਈਲਡਹੁੱਡ, ਸਾਰਾ ਕੁਛ ਆਪਾਂ ਹੁਣ 1 ਬਾਈ 1 ਕੀ ਕਰਦੇ ਹਾਂ ਜੀ, ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਜਿਹੜੀ ਸਟੇਜ ਹੈ ਉਹ ਕੀ ਹੈ ਜੀ, ਪ੍ਰੀਨੇਟਲ ਸਟੇਜ। ਠੀਕ ਹੈ ਜੀ। ਪ੍ਰੀਨੇਟਲ ਸਟੇਜ ਨੂੰ ਦੋਸਤੋ ਪੰਜਾਬੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੰਜਾਬੀ ਦੇ ਵਿੱਚ ਕੀ ਕਿਹਾ ਜਾਂਦਾ ਜੀ, ਪੰਜਾਬੀ ਦੇ ਵਿੱਚ ਕੀ ਹੈ, ਇੱਕ ਤਾਂ ਦੇਖੋ ਪ੍ਰੀਨੇਟਲ ਸਟੇਜ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ ਜੀ, ਗਰਭ ਅਵਸਥਾ ਕਹਿੰਦੇ ਹਾਂ। ਕੀ ਕਹਿੰਦੇ ਆ ਦੋਸਤੋ, ਗਰਭ ਅਵਸਥਾ। ਇਨਵੋਮ, ਪੰਜਾਬੀ ਇੰਗਲਿਸ਼ ਦੇ ਵਿੱਚ ਕੀ ਲਿਖਿਆ ਹੋਇਆ ਜੀ, ਇਨਵੋਮ ਮਤਲਬ ਗਰਭ ਦੇ ਵਿੱਚ। ਤਾਂ ਕਹਿਣ ਦਾ ਮਤਲਬ ਕੀ ਹੈ, ਜਿਹੜਾ ਬੱਚਾ ਮਾਂ ਦੇ ਗਰਭ ਦੇ ਵਿੱਚ ਜਿਹੜੀ ਸਟੇਜ ਹੁੰਦੀ ਹੈ, ਮਾਂ ਦੇ ਗਰਭ ਕਾਲ ਦੇ ਵਿੱਚ, ਤੇ ਗਰਭ ਕਾਲ ਤੁਹਾਨੂੰ ਪਤਾ ਹੈ ਜਿਹੜਾ ਗਰਭ ਕਾਲ ਹੈਗਾ ਉਹ ਹੈ ਦੋਸਤੋ 40 ਵੀਕ ਦਾ। ਕਿੰਨੇ ਦਾ ਦੋਸਤੋ, 40 ਵੀਕ ਦਾ, 40 ਹਫ਼ਤਿਆਂ ਦਾ, 40 ਤੋਂ ਲੈ ਕੇ 42 ਹਫ਼ਤਿਆਂ ਦਾ, ਜਾਂ 40 ਤੋਂ ਲੈ ਕੇ 42 ਵੀਕ। ਠੀਕ ਹੈ ਜੀ। 40 ਤੋਂ ਲੈ ਕੇ 42 ਵੀਕ। ਜਾਂ ਆਪਾਂ ਡੇਜ਼ ਦੀ ਗੱਲ ਕਰੀਏ ਤਾਂ ਦਿਨ ਕਿੰਨੇ ਹੁੰਦੇ ਨੇ ਜੀ, 280। ਕਿੰਨੇ ਦਿਨ ਹੁੰਦੇ ਨੇ ਦੋਸਤੋ, 280 ਡੇਜ਼ ਹੁੰਦੇ ਨੇ। ਤਾਂ 280 ਦਿਨ ਕਹਿ ਲਓ ਜਾਂ 40 ਤੋਂ 42 ਵੀਕ ਕਹਿ ਲਓ। ਤਾਂ ਆਹ ਕੀ ਹੁੰਦੇ ਨੇ ਮੇਰੇ ਕੋਲ, ਇਨਫੈਂਸੀ ਸਟੇਜ, ਇਨਫੈਂਸੀ ਨਹੀਂ, ਆਪਣੇ ਕੋਲ ਕੀ ਆ ਗਿਆ ਜੀ, ਪ੍ਰੀਨੇਟਲ ਸਟੇਜ ਆ ਗਿਆ। ਠੀਕ ਹੈ ਦੋਸਤੋ। ਉਸ ਤੋਂ ਬਾਅਦ ਤਾਂ ਪ੍ਰੀਨੇਟਲ ਸਟੇਜ ਦੀ ਕੀ ਆ ਗਿਆ ਜੀ, ਇਨਵੋਮ, ਮਾਂ ਦੇ ਗਰਭ ਦੇ ਵਿੱਚ ਜਿਹੜੀ ਅਵਸਥਾ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਪ੍ਰੀਨੇਟਲ ਸਟੇਜ। ਇੱਕ ਹੋਰ ਦੋਸਤੋ, ਜਿਹੜੇ ਖਾਸ ਕਰਕੇ ਪ੍ਰਾਇਮਰੀ ਟੀਚਰ ਵਾਲੇ ਜਿਹਨਾਂ ਨੇ ਟੈਸਟ ਦੇਣਾ ਹੈ, ਉਹ ਪਹਿਲੀਆਂ ਜਿਹੜੀਆਂ 3 ਸਟੇਜਸ ਨੇ ਉਹਨਾਂ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਹੈ। ਠੀਕ ਹੈ ਜੀ। ਜਿਹੜੀ ਦੂਜੀ ਆਪਣੇ ਕੋਲ ਸਟੇਜ ਆ ਗਈ ਉਹ ਕਿਹੜੀ ਆ ਗਈ ਜੀ, ਸੈਂਸਰੀ ਮੋਟਰ ਸਟੇਜ। ਦੇਖੋ ਪ੍ਰੀਨੇਟਲ ਸਟੇਜ ਨੂੰ ਇਨਵੋਮ ਤੇ ਪੰਜਾਬੀ ਦੇ ਵਿੱਚ ਆਪਾਂ ਕੀ ਕਿਹਾ ਸੀਗਾ, ਗਰਭ ਅਵਸਥਾ ਕਿਹਾ ਸੀਗਾ। ਕੀ ਕਿਹਾ ਸੀਗਾ, ਗਰਭ ਅਵਸਥਾ। ਇਹਨੂੰ ਕੀ ਕਿਹਾ ਜੀ ਆਪਾਂ, ਗਰਭ ਅਵਸਥਾ। ਠੀਕ ਹੈ ਦੋਸਤੋ। ਗਰਭ ਅਵਸਥਾ ਕਹਿ ਲਓ ਜਾਂ ਪ੍ਰੀਨੇਟਲ ਸਟੇਜ ਕਹਿ ਲਓ। ਠੀਕ ਹੈ ਦੋਸਤੋ। ਉਸ ਤੋਂ ਬਾਅਦ ਜਿਹੜੀ ਸੈਕੰਡ ਸਟੇਜ ਆਪਣੇ ਕੋਲ ਆ ਗਈ, ਸੈਕੰਡ ਸਟੇਜ ਆਪਣੇ ਕੋਲ ਕਿਹੜੀ ਹੈਗੀ ਹੈ ਜੀ, ਸੈਂਸਰੀ ਮੋਟਰ ਸਟੇਜ। ਕਿਹੜੀ ਆ ਗਈ ਦੋਸਤੋ, ਸੈਂਸਰੀ ਮੋਟਰ ਸਟੇਜ, ਜਾਂ ਇਸੇ ਨੂੰ ਕੀ ਕਹਿ ਦਿੰਦੇ ਜੀ, ਇਨਫੈਂਸੀ ਸਟੇਜ ਵੀ ਕਹਿ ਦਿੰਦੇ ਆ। ਸੈਂਸਰੀ ਮੋਟਰ ਸਟੇਜ ਕਹਿ ਲਓ ਜਾਂ ਇਨਫੈਂਸੀ ਸਟੇਜ ਕਹਿ ਲਓ, ਜਾਂ ਪੰਜਾਬੀ ਦੇ ਵਿੱਚ ਇਸੇ ਨੂੰ ਕੀ ਕਹਿ ਦਿੰਦੇ ਆ ਜੀ, ਇਸੇ ਨੂੰ ਕਹਿ ਦਿੰਦੇ ਆ ਦੋਸਤੋ ਸੈਸ਼ਵਾ ਅਵਸਥਾ। ਕੀ ਕਹਿੰਦੇ ਆ ਜੀ, ਸੇਸ਼ਵਾ ਅਵਸਥਾ। ਸੇਸ਼ਵਾ ਅਵਸਥਾ। ਠੀਕ ਹੈ ਜੀ। ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਸੇਸ਼ਵਾ ਅਵਸਥਾ ਵੀ ਕਹਿ ਦਿੰਦੇ ਹਾਂ। ਠੀਕ ਹੈ ਦੋਸਤੋ। ਤਾਂ ਹੁਣ ਪ੍ਰੀਨੇਟਲ ਸਟੇਜ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਪ੍ਰੀਨੇਟਲ ਸਟੇਜ ਤਾਂ 40 ਤੋਂ ਲੈ ਕੇ 42 ਵੀਕ ਤੱਕ ਸੀਗੀ ਜਾਂ 280 ਦਿਨਾਂ ਦੀ ਸੀਗੀ। ਤਾਂ ਇਨਫੈਂਸੀ ਜਿਹੜੀ ਸਟੇਜ ਹੁੰਦੀ ਹੈ ਦੋਸਤੋ ਉਹ ਕੀ ਹੈ ਜੀ, ਇਨਫੈਂਸੀ ਸਟੇਜ ਕਹਿ ਲਓ ਜਾਂ ਸੈਂਸਰੀ ਮੋਟਰ ਸਟੇਜ ਕਹਿ ਲਓ ਜਾਂ ਸੈਸ਼ਵਾ ਅਵਸਥਾ ਕਹਿ ਲਓ, ਉਹ ਕਿੱਥੋਂ ਤੱਕ ਹੁੰਦੀ ਹੈ ਜੀ, 0 ਤੋਂ ਲੈ ਕੇ 2 ਸਾਲ ਤੱਕ। ਕਦੋਂ ਤੱਕ ਹੁੰਦੀ ਹੈ ਦੋਸਤੋ, 0 ਤੋਂ ਲੈ ਕੇ 2 ਸਾਲ ਤੱਕ। ਠੀਕ ਹੈ ਜੀ। ਹੁਣ ਇਨਫੈਂਸੀ ਸਟੇਜ ਨੂੰ ਹੀ ਇੱਕ ਤਾਂ ਆਪਾਂ ਕੀ ਕਹਿ ਦਿੰਦੇ ਹਾਂ ਜੀ, ਸੇਸ਼ਵਾ ਅਵਸਥਾ, ਜਾਂ ਇਸੇ ਨੂੰ ਕੀ ਕਹਿ ਦਿੰਦੇ ਹਾਂ ਜੀ ਆਪਾਂ, ਸ਼ੀਸ਼ੂ ਅਵਸਥਾ ਵੀ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਦੋਸਤੋ, ਸ਼ੀਸ਼ੂ ਅਵਸਥਾ। ਠੀਕ ਹੈ ਜੀ। ਇਸ ਨੂੰ ਕੀ ਕਹਿ ਦਿੰਦੇ ਹਾਂ ਦੋਸਤੋ ਆਪਾਂ, ਸ਼ੀਸ਼ੂ ਅਵਸਥਾ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ ਦੋਸਤੋ। ਹੁਣ ਇਸ ਦੇ ਵਿੱਚ ਕੀ ਹੈ, ਇੱਕ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ, ਜੇ ਬੱਚੇ ਦਾ ਤੁਹਾਨੂੰ ਕੁਐਸਚਨ ਆ ਜਾਏ ਐਗਜ਼ਾਮ ਦੇ ਵਿੱਚ ਵੀ ਬੱਚਾ ਭਾਸ਼ਾ ਬੋਲਣਾ ਕਦੋਂ ਸ਼ੁਰੂ ਕਰਦਾ ਹੈ, ਕਿਹੜੀ ਸਟੇਜ ਦੇ ਵਿੱਚ ਕਰਦਾ ਹੈ, ਤਾਂ ਭਾਸ਼ਾ ਬੋਲਣਾ ਜੇ ਪੁੱਛ ਲਏ ਤਾਂ ਕਿਹੜੀ ਸਟੇਜ ਦੇ ਵਿੱਚ ਭਾਸ਼ਾ ਬੋਲਣਾ ਬੱਚਾ ਸ਼ੁਰੂ ਕਰਦਾ ਹੈ, ਤਾਂ ਉਹ ਕਿਹੜੀ ਸਟੇਜ ਦੇ ਵਿੱਚ ਕਰਦਾ ਜੀ, ਸੈਂਸਰੀ ਮੋਟਰ ਸਟੇਜ ਦੇ ਵਿੱਚ ਭਾਸ਼ਾ ਬੋਲਣਾ ਸ਼ੁਰੂ ਕਰ ਦਿੰਦਾ ਹੈ 0 ਤੋਂ ਲੈ ਕੇ 2 ਸਾਲ ਤੱਕ। ਅਤੇ ਤੁਹਾਨੂੰ ਪਤਾ ਹੈ ਕੁੜੀਆਂ
ਜਿਹੜੀਆਂ ਛੇਤੀ ਬੋਲਣਾ ਸ਼ੁਰੂ ਕਰ ਦਿੰਦੀਆਂ ਤੇ ਮੁੰਡੇ ਕੀ ਹੈ ਜੀ ਥੋੜ੍ਹਾ ਜਿਹਾ ਲੇਟ ਬੋਲਣਾ ਸ਼ੁਰੂ ਕਰਦੇ ਨੇ। ਠੀਕ ਹੈ ਦੋਸਤੋ, ਤਾਂ ਇਸ ਦੇ ਵਿੱਚ ਤੁਸੀਂ ਆਹ ਚੀਜ਼ ਧਿਆਨ ਦੇ ਵਿੱਚ ਰੱਖਣਾ ਹੈ ਵੀ ਭਾਸ਼ਾ ਬੋਲਣਾ ਕੁਐਸਚਨ ਐਗਜ਼ਾਮ ਦੇ ਵਿੱਚ ਇਸੇ ਤਰ੍ਹਾਂ ਆਉਂਦਾ ਹੈ ਵੀ ਬੱਚੇ ਭਾਸ਼ਾ ਬੋਲਣਾ ਕਿਹੜੀ ਏਜ ਦੇ ਵਿੱਚ ਸ਼ੁਰੂ ਕਰ ਦਿੰਦੇ ਨੇ, ਤਾਂ ਕਿਹੜੀ ਏਜ ਦੇ ਵਿੱਚ ਸ਼ੁਰੂ ਕਰ ਦਿੰਦੇ ਜੀ, ਸੈਂਸਰੀ ਮੋਟਰ ਸਟੇਜ ਦੇ ਵਿੱਚ, ਕਿਉਂਕਿ ਲਗਭਗ 2 ਸਾਲਾਂ ਦਾ ਬੱਚਾ ਕਾਫੀ ਸ਼ਬਦ ਬੋਲ ਲੈਂਦਾ ਹੈ। ਮਾਂ, ਪਾ, ਦਾ, ਤਾ, ਤੁਹਾਨੂੰ ਪਤਾ ਵੀ ਛੋਟੀ ਜਿਹੀ ਏਜ ਦੇ ਵਿੱਚ ਬੱਚਾ ਡੇਢ ਸਾਲ ਦਾ ਜਦੋਂ ਬੱਚਾ ਹੁੰਦਾ ਉਹ ਬੋਲਣਾ ਸ਼ੁਰੂ ਕਰ ਦਿੰਦਾ। ਕਈ ਬੱਚੇ ਥੋੜ੍ਹਾ ਜਿਹਾ ਲੇਟ ਸ਼ੁਰੂ ਕਰ ਦਿੰਦੇ, 2 ਸਾਲ ਦਾ, 2.5 ਸਾਲ ਦੇ, ਕਈ ਬੱਚੇ 3 ਸਾਲ ਦੇ ਹੋ ਕੇ ਵੀ ਬੋਲਣਾ ਸ਼ੁਰੂ ਕਰ ਦਿੰਦੇ ਨੇ। ਬਟ ਅਕੋਰਡਿੰਗ ਟੂ ਸਾਈਕੋਲੋਜੀ, ਮਨੋਵਿਗਿਆਨ ਦੇ ਅਕੋਰਡਿੰਗ ਜਿਹੜੀ ਭਾਸ਼ਾ ਬੋਲਣ ਦੀ ਸ਼ੁਰੂਆਤ ਹੈ ਉਹ ਕਦੋਂ ਹੋ ਜਾਂਦੀ ਹੈ ਜੀ, ਤਾਂ ਸ਼ੈਸ਼ਵ ਅਵਸਥਾ ਦੇ ਵਿੱਚ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਇੱਕ ਇੱਥੇ ਕੁਐਸਚਨ ਇੱਕ ਚੀਜ਼ ਹੋਰ ਤੁਸੀਂ ਧਿਆਨ ਰੱਖਣਾ ਰਾਜੀ, ਸਰੀਰਕ ਵਾਧਾ ਪੁੱਛ ਲਈ। ਸਰੀਰਕ ਵਾਧਾ, ਫਿਜ਼ੀਕਲ ਡਿਵੈਲਪਮੈਂਟ ਸਭ ਤੋਂ ਜ਼ਿਆਦਾ ਕਦੋਂ ਹੁੰਦੀ ਹੈ? ਸਰੀਰਕ ਵਾਧਾ ਸਭ ਤੋਂ ਜ਼ਿਆਦਾ ਕਿਹੜੀ ਏਜ ਦੇ ਵਿੱਚ ਹੁੰਦਾ ਹੈ? ਤਾਂ ਸਰੀਰਕ ਵਾਧਾ ਵੀ ਸਭ ਤੋਂ ਜ਼ਿਆਦਾ ਕਿਹੜੀ ਏਜ ਦੇ ਵਿੱਚ ਹੁੰਦਾ ਹੈ ਜੀ? ਤਾਂ ਉਹ ਵੀ ਕਿਹੜੀ ਏਜ ਦੇ ਵਿੱਚ ਹੁੰਦਾ ਦੋਸਤੋ? ਉਹ ਵੀ ਕਿਹੜੀ ਏਜ ਦੇ ਵਿੱਚ ਹੁੰਦਾ ਜੀ? ਇਸ ਏਜ ਦੇ ਵਿੱਚ ਹੁੰਦਾ ਹੈ, ਇਨਫੈਂਸੀ ਸਟੇਜ ਦੇ ਵਿੱਚ ਹੁੰਦਾ ਹੈ। ਤਾਂ ਇੱਥੋਂ 2 ਕੁਐਸਚਨ ਤੁਹਾਡੇ ਕੋਲ ਨਿਕਲ ਕੇ ਆ ਗਏ। ਇੱਕ ਤਾਂ ਕੀ ਆ ਗਿਆ, ਬੱਚਾ ਭਾਸ਼ਾ ਬੋਲਣਾ ਕਿਹੜੀ ਏਜ ਦੇ ਵਿੱਚ ਸ਼ੁਰੂ ਕਰਦਾ ਹੈ? ਤਾਂ ਉਹ ਵੀ ਕੀ ਆ ਗਿਆ ਜੀ, ਇਨਫੈਂਸੀ ਸਟੇਜ ਕਹਿ ਲਓ ਜਾਂ ਸ਼ੈਸ਼ਵ ਅਵਸਥਾ ਕਹਿ ਲਓ। ਠੀਕ ਹੈ ਜੀ। ਉਹ ਵੀ ਕੀ ਹੈ ਜੀ, ਸ਼ੈਸ਼ਵ ਅਵਸਥਾ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ ਜੀ। ਭਾਸ਼ਾ ਬੋਲਣਾ ਵੀ ਕਿਹੜੀ ਏਜ ਦੇ ਵਿੱਚ ਕਰਦਾ ਜੀ? ਸ਼ੈਸ਼ਵ ਅਵਸਥਾ ਦੇ ਵਿੱਚ ਕਰਦਾ ਹੈ। ਅਤੇ ਸਰੀਰਕ ਵਾਧਾ ਪੁੱਛ ਲਈ ਸਭ ਤੋਂ ਜ਼ਿਆਦਾ ਕਦੋਂ ਹੁੰਦੀ ਹੈ? ਤਾਂ ਸਰੀਰਕ ਵਾਧਾ ਸਭ ਤੋਂ ਜ਼ਿਆਦਾ ਕਿਹੜੀ ਏਜ ਦੇ ਵਿੱਚ ਹੁੰਦਾ ਜੀ? ਤਾਂ ਸੈਂਸਰੀ ਮੋਟਰ ਸਟੇਜ ਦੇ ਵਿੱਚ ਹੁੰਦਾ ਹੈ। ਇਸ ਦੇ ਵਿੱਚ ਇੱਕ ਹੋਰ ਚੀਜ਼ ਯਾਦ ਰੱਖਣਾ ਹੈ, ਇਸੇ ਨੂੰ ਬੇਬੀਹੁੱਡ ਏਜ ਵੀ ਕਹਿ ਦਿੰਦੇ ਹੈ। ਇਸ ਨੂੰ ਵੀ ਕੀ ਕਹਿ ਦਿੰਦੇ ਜੀ? ਬੇਬੀਹੁੱਡ ਏਜ। ਬੇਬੀਹੁੱਡ ਏਜ, ਆਹ ਕੁਐਸਚਨ ਆਇਆ ਹੋਇਆ ਕੁਐਸਚਨ ਹੈ, ਬੇਬੀਹੁੱਡ ਏਜ। ਆਹ ਕੁਐਸਚਨ HTET ਦੇ ਵਿੱਚ ਆਇਆ ਹੋਇਆ ਸੀਗਾ। ਠੀਕ ਹੈ ਜੀ। ਬੇਬੀਹੁੱਡ ਏਜ, ਇਸ ਨੂੰ ਕੀ ਕਹਿ ਦਿੰਦੇ ਜੀ ਆਪਾਂ? ਬੇਬੀਹੁੱਡ ਏਜ ਵੀ ਕਹਿ ਦਿੰਦੇ ਹਾਂ। ਤਾਂ ਸੈਂਸਰੀ ਮੋਟਰ ਸਟੇਜ, ਇੱਕ ਤਾਂ ਸੈਂਸਰੀ ਮੋਟਰ ਸਟੇਜ ਕਹਿਤਾ ਆਪਾਂ, ਇੱਕ ਇਨਫੈਂਸੀ ਸਟੇਜ ਕਹਿਤਾ। ਇਸੇ ਨੂੰ ਕੀ ਕਹਿੰਦੇ ਆ ਜੀ ਆਪਾਂ? ਬੇਬੀਹੁੱਡ ਏਜ ਕਹਿ ਦਿੰਦੇ ਹਾਂ। ਅਤੇ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕੀ ਕਹਿ ਦਿੰਦੇ ਹਾਂ ਜੀ? ਸ਼ੈਸ਼ਵ ਅਵਸਥਾ ਵੀ ਕਹਿ ਦਿੰਦੇ ਹਾਂ। ਕਲੀਅਰ ਜੀ? ਜਾਂ ਸ਼ੀਸ਼ੂ ਅਵਸਥਾ ਵੀ ਆਪਾਂ ਕਹਿ ਦਿੰਦੇ ਹਾਂ। ਕਲੀਅਰ ਹੈ ਜੀ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਥਰਡ ਜਿਹੜੀ ਆਪਣੇ ਕੋਲ ਟਾਈਪ ਆ ਗਈ, ਉਹ ਕਿਹੜੀ ਆ ਗਈ ਜੀ? ਚਾਈਲਡਹੁੱਡ। ਕਿਹੜੀ ਆ ਗਈ ਜੀ? ਚਾਈਲਡਹੁੱਡ ਆ ਗਈ। ਠੀਕ ਹੈ ਦੋਸਤੋ, ਕਿਹੜੀ ਸਟੇਜ ਆ ਗਈ? ਚਾਈਲਡਹੁੱਡ ਆ ਗਈ। ਤਾਂ ਚਾਈਲਡਹੁੱਡ ਦੇ ਵਿੱਚ ਇੱਕ ਤੁਸੀਂ ਯਾਦ ਰੱਖਣਾ ਹੈ, ਇੱਕ ਤਾਂ ਇਹਦੀ ਏਜ ਦੇਖੋ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀਗਾ? ਸਭ ਤੋਂ ਪਹਿਲੇ ਕੀਤੀ ਸੀ ਆਪਾਂ ਪ੍ਰੀਨੇਟਲ ਸਟੇਜ। ਤਾਂ ਪ੍ਰੀਨੇਟਲ ਸਟੇਜ ਇਨ ਵੋਮ ਜਿਹੜੀ ਕਿ ਆਪਾਂ ਕਿੱਥੋਂ ਕੀਤੀ ਸੀਗੀ? 270 ਦਿਨ ਜਾਂ 40 ਤੋਂ ਲੈ ਕੇ 42 ਹਫ਼ਤਿਆਂ ਤੱਕ। ਸੈਂਸਰੀ ਮੋਟਰ ਸਟੇਜ ਕੀ ਹੈ ਜੀ? 0 ਤੋਂ ਲੈ ਕੇ 2 ਸਾਲ ਤੱਕ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਥਰਡ ਸਟੇਜ ਹੈ ਉਹ ਕੀ ਆ ਗਈ ਸੀ? 3 ਤੋਂ ਲੈ ਕੇ 12 ਸਾਲ ਤੱਕ। ਇਸ ਦੇ ਵਿੱਚ ਸਟੇਜਸ ਦੇ ਵਿੱਚ ਫਰਕ ਨਹੀਂ ਪੈਣਾ, ਤੁਹਾਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਕਈ ਵਾਰੀ ਆ 2 ਤੋਂ ਲੈ ਕੇ ਆ ਜਿਹੜੀ ਏਜ ਦੇ ਰੱਖੀ ਹੈ ਨਾ 2 ਤੋਂ ਲੈ ਕੇ 12 ਤੱਕ ਵੀ ਦਿੱਤੀ ਹੁੰਦੀ ਹੈ। ਅਲੱਗ-ਅਲੱਗ ਬੁੱਕਸ ਦੇ ਵਿੱਚ ਥੋੜ੍ਹੇ ਬਹੁਤ ਅਲੱਗ-ਅਲੱਗ ਮੈਂਸ਼ਨ ਕੀਤਾ ਹੋਇਆ ਹੈ, ਤਾਂ ਕੋਈ ਦਿੱਕਤ ਨਹੀਂ ਹੈ। ਇਸ ਦੇ ਵਿੱਚ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਅਦਰਵਾਈਜ਼ ਕਈ ਵਾਰੀ ਬੱਚਿਆਂ ਨੂੰ ਹੁੰਦਾ ਜੀ ਇਸ ਫਲਾਣੀ ਬੁੱਕ ਦੇ ਵਿੱਚ ਤਾਂ 13 ਸਾਲ ਦੀ ਰੱਖੀ ਸੀਗੀ ਜਾਂ 11 ਸਾਲ ਦੀ ਰੱਖੀ ਸੀਗੀ, ਤਾਂ ਕਈਆਂ ਦੇ ਵਿੱਚ 11 ਸਾਲ ਵੀ ਆਦੀ ਰੱਖੀ ਹੈ। ਤਾਂ ਕੋਈ ਦਿੱਕਤ ਨਹੀਂ ਹੈ ਦੋਸਤੋ, 3 ਤੋਂ 12 ਲਿਖ ਲਓ ਜਾਂ 2 ਤੋਂ 11, ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ ਜੀ। ਤਾਂ ਥਰਡ ਸਟੇਜ ਆਪਾਂ ਗੱਲ ਕਰ ਰਹੇ ਹਾਂ ਜੀ ਚਾਈਲਡਹੁੱਡ ਸਟੇਜ। ਠੀਕ ਹੈ ਜੀ। ਚਾਈਲਡਹੁੱਡ ਸਟੇਜ, ਅਤੇ ਚਾਈਲਡਹੁੱਡ ਸਟੇਜ ਨੂੰ ਆਪਾਂ ਪੰਜਾਬੀ ਦੇ ਵਿੱਚ ਜੇ ਗੱਲ ਕਰੀਏ ਤਾਂ ਦੋਸਤੋ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ ਜੀ? ਬਾਲ ਅਵਸਥਾ। ਕੀ ਕਹਿੰਦੇ ਹਾਂ ਦੋਸਤੋ? ਬਾਲ ਵਿਵਸਥਾ। ਬਾਲ ਵਿਵਸਥਾ। ਠੀਕ ਹੈ ਜੀ। ਬਾਲ ਵਿਵਸਥਾ। ਠੀਕ ਹੈ ਜੀ। ਤਾਂ ਚਾਈਲਡਹੁੱਡ ਕਿਹੜੀ ਆ ਗਈ ਜੀ? ਬਾਲ ਵਿਵਸਥਾ। ਹੁਣ ਇੱਥੋਂ ਇੱਕ ਕੁਐਸਚਨ ਤੁਹਾਡੇ ਕੋਲ ਨਿਕਲ ਕੇ ਆਉਂਦਾ ਹੈ, ਮੈਂਟਲ ਡਿਵੈਲਪਮੈਂਟ ਪੁੱਛ ਲਈ। ਕੋਗਨੇਟਿਵ ਡਿਵੈਲਪਮੈਂਟ ਸਭ ਤੋਂ ਜ਼ਿਆਦਾ ਕਿਹੜੀ ਏਜ ਦੇ ਵਿੱਚ ਹੁੰਦਾ ਹੈ? ਤਾਂ ਕੋਗਨੇਟਿਵ ਡਿਵੈਲਪਮੈਂਟ ਸਭ ਤੋਂ ਜ਼ਿਆਦਾ ਕਿਹੜੀ ਦੇ ਵਿੱਚ ਹੁੰਦਾ ਜੀ? ਚਾਈਲਡਹੁੱਡ ਦੇ ਵਿੱਚ ਹੁੰਦਾ ਹੈ। ਸੈਂਸਰੀ ਮੋਟਰ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਬੱਚੇ ਦਾ ਸਰੀਰਕ ਵਿਕਾਸ, ਸਰੀਰਕ ਵਾਧਾ, ਫਿਜ਼ੀਕਲ ਡਿਵੈਲਪਮੈਂਟ ਸਭ ਤੋਂ ਜ਼ਿਆਦਾ ਕਿਹੜੀ ਏਜ ਦੇ ਵਿੱਚ ਹੁੰਦਾ? ਤਾਂ ਸੈਂਸਰੀ ਮੋਟਰ ਸਟੇਜ ਦੇ ਵਿੱਚ ਹੁੰਦਾ ਹੈ। ਜੇ ਮੈਂਟਲ ਡਿਵੈਲਪਮੈਂਟ ਪੁੱਛ ਲਈ ਤਾਂ ਸਭ ਤੋਂ ਜ਼ਿਆਦਾ ਕਿਹੜੀ ਏਜ ਦੇ ਵਿੱਚ ਹੁੰਦਾ ਜੀ? ਚਾਈਲਡਹੁੱਡ ਦੇ ਵਿੱਚ ਹੁੰਦਾ ਹੈ। ਹੁਣ ਚਾਈਲਡਹੁੱਡ ਨੂੰ ਦੋ ਪਾਰਟਸ ਦੇ ਵਿੱਚ ਵੰਡਿਆ ਹੋਇਆ ਹੈ। ਕਿਹੜੇ ਕਿਹੜੇ ਪਾਰਟ ਵਿੱਚ ਵੰਡਿਆ ਹੋਇਆ ਜੀ? ਪਹਿਲਾ ਤਾਂ ਆ ਗਿਆ ਜੀ ਪ੍ਰੀ ਚਾਈਲਡਹੁੱਡ। ਕਿਹੜੀ ਆ ਗਈ ਜੀ? ਪ੍ਰੀ ਚਾਈਲਡਹੁੱਡ। ਅਤੇ ਇਸੇ ਨੂੰ ਹੀ ਅਰਲੀ ਚਾਈਲਡਹੁੱਡ ਵੀ ਕਹਿ ਦਿੰਦੇ ਹੈ। ਕੀ ਕਹਿੰਦੇ ਦੋਸਤੋ? ਅਰਲੀ ਚਾਈਲਡਹੁੱਡ। ਅਰਲੀ ਚਾਈਲਡਹੁੱਡ ਸਟੇਜ। ਅਰਲੀ ਚਾਈਲਡਹੁੱਡ। ਤਾਂ ਪ੍ਰੀ ਚਾਈਲਡਹੁੱਡ ਕਹਿ ਦੇ ਜਾਂ ਅਰਲੀ ਚਾਈਲਡਹੁੱਡ ਲਿਖਿਆ ਆ ਜੇ ਤਾਂ ਦੋਨਾਂ ਦੇ ਵਿੱਚ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਕਈ ਬੁੱਕਸ ਦੇ ਵਿੱਚ ਪ੍ਰੀ ਚਾਈਲਡਹੁੱਡ ਲਿਖਿਆ ਹੋਇਆ ਹੈ ਅਤੇ ਕਈਆਂ ਦੇ ਵਿੱਚ ਅਰਲੀ ਚਾਈਲਡਹੁੱਡ ਲਿਖਿਆ ਹੋਇਆ ਹੈ। ਅਤੇ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕੀ ਕਹਿ ਦਿੰਦੇ ਹਾਂ ਜੀ? ਪੰਜਾਬੀ ਦੇ ਵਿੱਚ ਕਹਿੰਦੇ ਹਾਂ ਜੀ ਪੂਰਵ ਬਾਲ ਅਵਸਥਾ। ਕੀ ਕਹਿੰਦੇ ਹਾਂ ਜੀ? ਪੂਰਵ ਬਾਲ ਅਵਸਥਾ।
पूर्व बाल व्यवस्था या अवस्था कह लो, ठीक है जी, पूर्व बाल अवस्था, अर्ली चाइल्डहुड, ठीक है जी, अर्ली चाइल्डहुड या प्री चाइल्डहुड। एज कितनी दे रखी जी ਇਹਦੀ 3 ਤੋਂ ਲੈ ਕੇ 6 साल तक, कितनी दे रखी जी 3 ਤੋਂ ਲੈ ਕੇ 6 साल तक, ठीक है जी। गोल्डन टाइम पीरियड ਸਮਾਜੀਕਰਨ ਦੀ ਉਮਰ ਹੁੰਦੀ ਹੈ। ਸੋਸ਼ਲਾਈਜੇਸ਼ਨ ਪੁੱਛ ਲਈ, ਠੀਕ ਹੈ ਜੀ, ਤਾਂ ਸੋਸ਼ਲਾਈਜੇਸ਼ਨ ਕਿੱਥੋਂ ਸ਼ੁਰੂਆਤ ਹੋ ਜਾਂਦਾ, ਸਮਾਜੀਕਰਨ ਦੀ ਸ਼ੁਰੂਆਤ ਪੁੱਛ ਲਈ ਤਾਂ ਕਿੱਥੋਂ ਸ਼ੁਰੂਆਤ ਹੋ ਜਾਂਦੀ ਹੈ ਜੀ, ਸਮਾਜੀਕਰਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ, ਸੋਸ਼ਲਾਈਜੇਸ਼ਨ ਦੀ ਸ਼ੁਰੂਆਤ ਹੁੰਦੀ ਹੈ। ਅੱਗੇ ਆਪਾਂ ਇਹਦਾ ਇੱਕ ਪੂਰੇ ਦਾ ਪੂਰਾ ਚੈਪਟਰ ਹੈ ਸੋਸ਼ਲਾਈਜੇਸ਼ਨ ਕੀ ਹੁੰਦੀ ਹੈ, ਕਦੋਂ ਸ਼ੁਰੂ ਹੁੰਦੀ ਹੈ, ਠੀਕ ਹੈ ਜੀ, ਉਹ ਵੀ ਆਪਾਂ ਅੱਗੇ ਪੜ੍ਹਾਂਗੇ। ਬਟ ਇੱਥੇ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਸੋਸ਼ਲਾਈਜੇਸ਼ਨ ਦੀ ਸ਼ੁਰੂਆਤ ਪੁੱਛ ਲਏ ਤਾਂ ਸੋਸ਼ਲਾਈਜੇਸ਼ਨ ਸਮਾਜੀਕਰਨ ਦੀ ਸ਼ੁਰੂਆਤ, ਲੋਕਾਂ ਦੇ ਵਿੱਚ ਵਿਚਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਕਦੋਂ ਸ਼ੁਰੂ ਹੋ ਜਾਂਦੀ ਹੈ ਜੀ, ਪ੍ਰੀ ਚਾਈਲਡਹੁੱਡ ਦੇ ਵਿੱਚ, ਅਰਲੀ ਚਾਈਲਡਹੁੱਡ ਦੇ ਵਿੱਚ, ਪੂਰਵ ਬਾਲ ਅਵਸਥਾ ਵਿੱਚ ਸ਼ੁਰੂ ਹੋ ਜਾਂਦੀ ਹੈ। ਇਸ ਏਜ ਦੇ ਵਿੱਚ ਸੈਲਫ ਸੈਂਟਰਡ ਹੁੰਦੇ ਨੇ ਬੱਚੇ, ਬੱਚੇ ਕੀ ਹੁੰਦੇ ਨੇ ਜੀ, ਸੈਲਫ ਸੈਂਟਰਡ ਹੁੰਦੇ ਨੇ। ਸੈਲਫ ਸੈਂਟਰਡ ਦਾ ਮਤਲਬ ਕੀ ਆ ਗਿਆ ਜੀ, ਬੱਚੇ ਆਪਣੇ ਬਾਰੇ ਹੀ ਸੋਚਦੇ ਨੇ, ਆਪਣੇ ਬਾਰੇ ਮਤਲਬ ਜੋ ਬੱਚਾ ਸੋਚਦਾ ਹੈ ਕਹਿੰਦਾ ਵੀ ਜਿਵੇਂ ਮੈਂ ਸੋਚਦਾ ਉਵੇਂ ਕੀ ਹੈ ਜੀ, ਉਹੀ ਕੁਛ ਹੈ, ਠੀਕ ਹੈ ਜੀ, ਆਪਣੇ ਬਾਰੇ ਸੋਚਦੇ ਨੇ, ਬੱਚੇ ਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਹੁੰਦਾ। ਇਸ ਏਜ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਬੱਚਾ ਜੇ ਸੜਕ ਦੇ ਵਿਚਾਲੇ, ਕਹਿੰਦੇ ਹੁੰਦੇ ਨੇ ਵੀ ਛੋਟੇ ਬੱਚੇ ਨੂੰ ਸੜਕ ਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ, ਦਾ ਆਹੀ ਕਾਰਨ ਹੈ ਕਿਉਂਕਿ ਉਹ ਜੇ ਖੇਡ ਦੇ ਵਿੱਚ ਮਸਤ ਹੋ ਗਿਆ ਤਾਂ ਖੇਡਣ ਦੇ ਵਿੱਚ ਮਸਤ ਹੋ ਗਿਆ, ਉਹਨੂੰ ਅੱਗੇ ਕੋਈ ਧਿਆਨ ਨਹੀਂ ਹੈਗਾ ਵੀ ਆਸੇ ਪਾਸੇ ਕੀ ਹੋਈ ਜਾਂਦਾ ਹੈ, ਠੀਕ ਹੈ ਜੀ। ਤਾਂ ਬੱਚੇ ਕੀ ਹੁੰਦੇ ਨੇ ਜੀ, ਇਸ ਏਜ ਦੇ ਵਿੱਚ ਸੈਲਫ ਸੈਂਟਰਡ ਬੱਚੇ ਹੁੰਦੇ ਨੇ, ਠੀਕ ਹੈ ਜੀ। ਇਸੇ ਏਜ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਪਲੇ ਏਜ ਵੀ ਕਹਿ ਦਿੰਦੇ ਹਾਂ। ਕੀ ਕਹਿੰਦੇ ਆ ਜੀ, ਪਲੇ ਏਜ ਜਾਂ ਸਕੂਲ ਗੋਇੰਗ ਏਜ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੀ ਆਪਾਂ, ਕਿਉਂਕਿ ਪਹਿਲਾਂ ਤਾਂ ਚਲੋ ਜਿਹੜੀ ਪੋਸਟ ਚਾਈਲਡ ਏਜ ਸੀਗੀ ਉਹਨੂੰ ਆਪਾਂ ਸਕੂਲ ਗੋਇੰਗ ਏਜ ਕਹਿੰਦੇ ਸੀਗੇ, ਕਿਉਂਕਿ 5 ਸਾਲ ਤੋਂ ਪਹਿਲਾਂ ਤਾਂ ਬੱਚੇ ਨੂੰ ਆਪਾਂ ਸਕੂਲ ਦੇ ਵਿੱਚ ਲਗਾ ਹੀ ਨਹੀਂ ਸਕਦੇ ਸੀਗੇ, ਠੀਕ ਹੈ ਜੀ। ਤਾਂ ਹੁਣ ਜੇ ਆਪਾਂ ਗੱਲ ਕਰ ਲਈਏ ਸਕੂਲ ਗੋਇੰਗ ਏਜ ਕਿਹੜੀ ਏਜ ਚੀਜ਼ ਨੂੰ ਕਹਿੰਦੇ ਆ, ਤਾਂ ਪ੍ਰੀ ਚਾਈਲਡਹੁੱਡ ਨੂੰ ਕਹਿੰਦੇ ਆ ਜੀ। ਕਿਹੜੇ ਨੂੰ ਕਹਿੰਦੇ ਆ ਜੀ, ਪ੍ਰੀ ਚਾਈਲਡਹੁੱਡ ਨੂੰ, ਸਕੂਲ ਜਾਣ ਦੀ ਉਮਰ। ਤਾਂ ਇਸ ਨੂੰ ਸਕੂਲ ਗੋਇੰਗ ਏਜ ਕਹਿ ਦਿੰਦੇ ਆ। ਪਲੇ ਏਜ, ਪਲੇ ਏਜ ਆਹ ਕੁਐਸਚਨ ਵੀ ਆਇਆ ਹੋਇਆ ਹੈ, ਪਲੇ ਏਜ ਕਿਹੜੀ ਹੈ, ਕਿਹੜੀ ਏਜ ਨੂੰ ਆਪਾਂ ਪਲੇ ਏਜ ਕਹਿੰਦੇ ਹਾਂ। ਤਾਂ ਪਲੇ ਏਜ ਕਿਹੜੀ ਆ ਗਈ ਜੀ ਆਪਣੇ ਕੋਲ, ਪ੍ਰੀ ਚਾਈਲਡਹੁੱਡ ਏਜ ਆ ਗਈ, ਠੀਕ ਹੈ ਜੀ। ਇਸੇ ਨੂੰ ਪ੍ਰੀ ਗੈਂਗ ਏਜ ਵੀ ਕਹਿ ਦਿੰਦੇ ਆ। ਕੀ ਕਹਿੰਦੇ ਆ ਦੋਸਤੋ, ਪ੍ਰੀ ਗੈਂਗ ਏਜ, ਪ੍ਰੀ ਗੈਂਗ ਏਜ, ਇਸੇ ਨੂੰ ਕਹਿ ਦਿੰਦੇ ਆ ਪ੍ਰੀ ਗੈਂਗ ਏਜ ਵੀ, ਠੀਕ ਹੈ ਦੋਸਤੋ। ਉਸ ਤੋਂ ਬਾਅਦ ਆਪਾਂ ਜੇ ਸੈਕਿੰਡ ਇਹਦੇ ਪਾਰਟ ਦੀ ਗੱਲ ਕਰੀਏ ਤਾਂ ਸੈਕਿੰਡ ਪਾਰਟ ਕਿਹੜਾ ਆ ਗਿਆ ਜੀ, ਪੋਸਟ ਚਾਈਲਡਹੁੱਡ। ਕਿਹੜਾ ਆ ਗਿਆ ਜੀ, ਪੋਸਟ ਚਾਈਲਡਹੁੱਡ। ਤੇ ਪੋਸਟ ਚਾਈਲਡਹੁੱਡ ਨੂੰ ਕੀ ਕਹਿੰਦੇ ਆ ਜੀ, ਲੈਟਰ ਚਾਈਲਡਹੁੱਡ ਵੀ ਕਹਿ ਦਿੰਦੇ ਆ। ਕੀ ਕਹਿੰਦੇ ਜੀ, ਲੈਟਰ ਚਾਈਲਡਹੁੱਡ, ਲੈਟਰ ਚਾਈਲਡਹੁੱਡ ਵੀ ਕਹਿ ਦਿੰਦੇ ਹੈ, ਠੀਕ ਹੈ ਜੀ। ਤੇ ਪੰਜਾਬੀ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਜੀ, ਉੱਤਰ ਬਾਲ ਅਵਸਥਾ। ਕੀ ਕਹਿੰਦੇ ਜੀ, ਉੱਤਰ ਬਾਲ ਵਿਵਸਥਾ, ਉੱਤਰ ਬਾਲ ਵਿਵਸਥਾ, ਠੀਕ ਹੈ ਜੀ। ਉਹਨੂੰ ਕੀ ਕਿਹਾ ਸੀਗਾ ਆਪਾਂ, ਪੂਰਵ ਬਾਲ ਅਵਸਥਾ, ਤੇ ਇਹਨੂੰ ਕੀ ਕਿਹਾ ਜੀ ਆਪਾਂ, ਉੱਤਰ ਬਾਲ ਵਿਵਸਥਾ। ਤੇ ਇਹਦੀ ਜਿਹੜੀ ਏਜ ਹੈ ਉਹ ਕਦੋਂ ਤੱਕ ਹੈ ਜੀ, 7 ਤੋਂ ਲੈ ਕੇ 12 ਸਾਲ ਤੱਕ। ਕਿੱਥੋਂ ਤੱਕ ਹੈ ਜੀ, 7 ਤੋਂ ਲੈ ਕੇ ਤੇ 12 ਸਾਲ ਤੱਕ, ਠੀਕ ਹੈ ਜੀ, 7 ਤੋਂ ਲੈ ਕੇ 12 ਸਾਲ ਤੱਕ। ਇੱਕ ਹੋਰ ਕੀ ਦੇਖਿਆ, ਯੂਨੀਕ ਏਜ ਆਫ ਸੋਸ਼ਲਾਈਜੇਸ਼ਨ, ਠੀਕ ਹੈ ਜੀ। ਸੋਸ਼ਲਾਈਜੇਸ਼ਨ ਕੀ ਹੈ ਜੀ, ਆ ਯੂਨੀਕ ਏਜ ਹੈ। ਤਾਂ ਇਹਨੂੰ ਗੈਂਗ ਏਜ ਕਹਿ ਦਿੰਦੇ ਆ ਜੀ। ਇਸ ਨੂੰ ਕੀ ਕਹਿੰਦੇ ਆ ਦੋਸਤੋ, ਗੈਂਗ ਏਜ। ਕੀ ਕਹਿੰਦੇ ਆ ਦੋਸਤੋ, ਗੈਂਗ ਏਜ। ਗੈਂਗ ਏਜ ਪੁੱਛ ਲਏ ਤਾਂ ਕਿਹਨੂੰ ਕਿਹਾ ਜਾਂਦਾ ਜੀ, ਪੋਸਟ ਚਾਈਲਡਹੁੱਡ ਨੂੰ ਕਿਹਾ ਜਾਂਦਾ ਹੈ। ਪ੍ਰੀ ਗੈਂਗ ਏਜ ਕੀ ਸੀਗਾ ਜੀ, ਅਰਲੀ ਚਾਈਲਡਹੁੱਡ। ਗੈਂਗ ਏਜ ਦਾ ਮਤਲਬ ਕੀ ਹੈ, ਇਸ ਦੇ ਵਿੱਚ ਬੱਚੇ ਗੈਂਗ ਬਣਾਉਣਾ ਸ਼ੁਰੂ ਕਰ ਲੈਂਦੇ ਨੇ। ਹੁਣ ਉਹ ਗੈਂਗ ਨਹੀਂ ਹੈਗੀ ਹੈ ਵੀ ਕਿਸੇ ਨੂੰ ਮਾਰਤਾ ਕੁੱਟਤਾ, ਉਹ ਗੈਂਗ ਨਹੀਂ ਹੈਗੀ ਹੈ। ਗੈਂਗ ਦਾ ਮਤਲਬ ਕੀ ਹੈ, ਬੱਚਾ ਗਰੁੱਪ ਬਣਾਉਣਾ ਸ਼ੁਰੂ ਕਰ ਦਿੰਦਾ, ਯਾਰ ਦੋਸਤ ਬਣਾਉਣੇ ਸ਼ੁਰੂ ਕਰ ਦਿੰਦੇ ਹੈ, ਗੈਂਗ ਏਜ, ਠੀਕ ਹੈ ਜੀ। ਟੋਲੀਆਂ ਦੇ ਵਿੱਚ ਬੱਚੇ ਘੁੰਮਣਾ ਫਿਰਨਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ ਜੀ। ਇਸ ਨੂੰ ਗੋਲਡਨ ਏਜ ਵੀ ਆਪਾਂ ਕਹਿ ਦਿੰਦੇ ਹਾਂ, ਠੀਕ ਹੈ ਜੀ। ਇੱਕ ਆ ਜਾਂਦਾ ਜੀ, ਇੱਕ ਕੁਐਸਚਨ ਆਇਆ ਹੋਇਆ ਹੈ, ਸਮੂਹ ਦਾ ਮੈਂਬਰ ਹੈੱਡ ਬਣਨ ਦੀ ਜਿਹੜੀ ਪ੍ਰਵਿਰਤੀ ਹੈ ਕਿਹੜੀ ਏਜ ਦੇ ਵਿੱਚ ਆਉਂਦੀ ਹੈ। ਤਾਂ ਸਮੂਹ ਦਾ ਹੈੱਡ ਜਾਂ ਮੈਂਬਰ ਬਣਨ ਦੀ ਜਿਹੜੀ ਪ੍ਰਵਿਰਤੀ ਆਉਂਦੀ ਹੈ ਉਹ ਕਿਹੜੀ ਦੇ ਵਿੱਚ ਆਉਂਦੀ ਹੈ ਜੀ, ਪੋਸਟ ਚਾਈਲਡਹੁੱਡ ਦੇ ਵਿੱਚ ਹੀ ਆਉਂਦੀ ਹੈ, ਉੱਤਰ ਬਾਲ ਅਵਸਥਾ ਦੇ ਵਿੱਚ ਵੀ ਆਉਂਦੀ ਹੈ, ਠੀਕ ਹੈ ਦੋਸਤੋ। ਇਸ ਤੋਂ ਬਾਅਦ ਜਿਹੜਾ ਆਪਣਾ ਫੋਰਥ ਸਟੇਜ ਰਹਿ ਗਈ, ਉਹ ਕਿਹੜੀ ਰਹੇਗੀ ਜੀ, ਅਡੋਲੋਸੈਂਸ। ਕਿਹੜੀ ਰਹੇਗੀ ਦੋਸਤੋ, ਅਡੋਲੋਸੈਂਸ, ਠੀਕ ਹੈ ਜੀ। ਹੁਣ ਅਡੋਲੋਸੈਂਸ ਦੀ ਆਪਾਂ ਜੇ ਗੱਲ ਕਰ ਲਈਏ ਤਾਂ ਅਡੋਲੋਸੈਂਸ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਹਾਂ ਜੀ, ਕਿਸ਼ੋਰ ਅਵਸਥਾ। ਕੀ ਕਹਿੰਦੇ ਆ ਦੋਸਤੋ, ਕਿਸ਼ੋਰ ਅਵਸਥਾ, ਕਿਸ਼ੋਰ ਅਵਸਥਾ ਜਾਂ ਵਿਵਸਥਾ, ਕੋਈ ਦਿੱਕਤ ਨਹੀਂ ਹੈ ਜੀ,
किशोर अवस्था। ठीक है जी। तो ਇਹਦੀ ਜਿਹੜੀ ਏਜ ਹੈ ਉਹ ਕਿੱਥੋਂ ਹੈ ਜੀ 13 ਤੋਂ ਲੈ ਕੇ 20 ਸਾਲ ਤੱਕ। ਤੇ ਕਈ ਬੁੱਕਸ ਦੇ ਵਿੱਚ 13 ਤੋਂ ਲੈ ਕੇ 19 ਸਾਲ ਵੀ ਲਿਖਿਆ ਹੋਣਾ ਹੁੰਦਾ ਹੈ। ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, 13 ਤੋਂ ਲੈ ਕੇ 19 ਕਹਿ ਦੇ ਜਾਂ 20 ਕਹਿ ਦੇ, ਇੱਕੋ ਹੀ ਗੱਲ ਹੈ। ਠੀਕ ਹੈ ਜੀ। ਇਸੇ ਸਟੇਜ ਨੂੰ ਅਡੋਲੋਸੈਂਸ ਸਟੇਜ ਨੂੰ ਹੀ ਜਿਹੜਾ ਸਟੇਨੇ ਹਾਲ ਸੀਗਾ, ਕੌਣ ਜੀ ਸਟੇਨੇ ਹਾਲ ਆ ਇੱਕ ਸਾਈਕੋਲੋਜਿਸਟ ਹੋਇਆ ਹੈ, ਇਸੇ ਨੇ ਕੀ ਕਿਹਾ ਸੀਗਾ ਅਡੋਲੋਸੈਂਸ ਏਜ ਨੂੰ ਹੀ ਕੀ ਕਿਹਾ ਸੀਗਾ ਸਟ੍ਰੈਸ ਸਟੋਰਮ ਏਜ, ਸਟੋਰਮ ਤੇ ਸਟ੍ਰੈਸ ਏਜ, ਸਟੋਰਮ ਅਤੇ ਸਟ੍ਰੈਸ, ਤਣਾਅ ਅਤੇ ਤੂਫਾਨ। ਕੀ ਆ ਗਿਆ ਜੀ ਤਣਾਅ ਅਤੇ ਤੂਫਾਨ। ਤਣਾਅ ਅਤੇ ਤੂਫਾਨ ਦੀ ਅਵਸਥਾ ਪੁੱਛ ਲਏ ਤਾਂ ਕਿਹੜੀ ਏਜ ਨੂੰ ਕਿਹਾ ਜਾਂਦਾ ਜੀ, ਤਾਂ ਅਡੋਲੋਸੈਂਸ ਨੂੰ ਕਿਹਾ ਜਾਂਦਾ, ਕਿਸ਼ੋਰ ਅਵਸਥਾ ਨੂੰ ਕਿਹਾ ਜਾਂਦਾ ਹੈ। ਠੀਕ ਹੈ ਦੋਸਤੋ, ਹੁਣ ਆਪਾਂ ਇਹਦੇ ਵਿੱਚ ਆਪਾਂ ਕੁਝ ਕੁ ਪੁਆਇੰਟ ਦੇਖਦੇ ਹਾਂ ਅਤੇ ਇਸ ਤੋਂ ਬਾਅਦ ਆਪਾਂ ਅੱਜ ਦੇ ਲੈਕਚਰ ਦੀ ਸਮਾਪਤੀ ਕਰਦੇ ਹਾਂ। ਇਸ ਦੇ ਵਿੱਚ ਪੁਆਇੰਟਸ ਕਿਹੜੇ ਨੇ, ਵਿਸ਼ੇਸ਼ਤਾਵਾਂ ਕਿਹੜੀਆਂ ਨੇ, ਪ੍ਰੋਪਰਟੀਜ਼ ਕਿਹੜੀਆਂ ਨੇ। ਕੁੜੀਆਂ ਦੀ ਜਿਹੜੀ ਫਿਜ਼ੀਕਲ ਗਰੋਥ ਹੈ ਮੁੰਡਿਆਂ ਤੋਂ ਕੀ ਹੁੰਦੀ ਹੈ ਜੀ ਵੱਧ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਪਹਿਲਾਂ ਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਗਿਆ ਜੀ ਦੂਜਾ ਪੁਆਇੰਟ ਆਪਣੇ ਕੋਲ ਕੀ ਕਹਿੰਦਾ ਜੀ, ਕੁੜੀਆਂ ਮੁੰਡਿਆਂ ਤੋਂ 1-2 ਸਾਲ ਪਹਿਲਾਂ ਜਵਾਨ ਹੋ ਜਾਂਦੀਆਂ ਨੇ। ਤਾਂ ਆਟੋਮੈਟਿਕ ਆਪਾਂ ਨੂੰ ਪਤਾ ਹੈ ਜੀ, ਜਿਵੇਂ ਆਪਾਂ ਬੁਆਇਜ਼ ਦੀ ਗੱਲ ਕਰ ਲਈਏ ਵੀ ਬੁਆਇਜ਼ ਕਦੋਂ ਹੁੰਦੇ ਨੇ ਤਾਂ 21 ਸਾਲਾਂ ਤੋਂ ਬਾਅਦ ਜਿਹੜੇ ਯੰਗ ਉਹ ਇਸ ਦੇ ਵਿੱਚ ਆਉਂਦੇ ਨੇ, ਅਤੇ ਕੁੜੀਆਂ ਕਿੰਨੇ ਜੀ 18 ਸਾਲ ਏਜ ਦੇ ਵਿੱਚ ਆ ਜਾਂਦੀਆਂ ਨੇ। ਕਿਉਂਕਿ ਇਹਦਾ ਕਾਰਨ ਕੀ ਹੈ ਜੀ, ਜਿਹੜੇ ਮੈਂਸ਼ਨਸ ਆਉਂਦੇ ਨੇ, ਪੀਰੀਅਡਸ ਵਗੈਰਾ ਜਿਹੜੇ ਹੁੰਦੇ ਨੇ, ਉਹਨਾਂ ਦੇ ਕਰਕੇ ਜਿਹੜੀ ਕੁੜੀਆਂ ਦੀ ਜਿਹੜੀ ਗਰੋਥ ਹੈ ਉਹ ਪਹਿਲਾਂ ਹੋ ਜਾਂਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜੇ ਥਰਡ ਪੁਆਇੰਟ ਦੀ ਗੱਲ ਕਰੀਏ ਤਾਂ ਇਸ ਸਟੇਜ ਦੇ ਵਿੱਚ ਬੱਚੇ ਜਜ਼ਬਾਤੀ ਹੋ ਜਾਂਦੇ ਨੇ। ਇਸ ਸਟੇਜ ਦੇ ਵਿੱਚ ਕੀ ਹੈ ਜੀ ਬੱਚੇ ਜਜ਼ਬਾਤੀ ਹੋ ਜਾਂਦੇ ਨੇ। ਜਜ਼ਬਾਤੀ ਤੁਹਾਨੂੰ ਪਤਾ ਹੀ ਹੈ, ਬੱਚਿਆਂ ਨੂੰ ਗੁੱਸਾ ਬੜਾ ਆਉਂਦਾ ਇਸ ਸਟੇਜ ਦੇ ਵਿੱਚ। ਠੀਕ ਹੈ ਜੀ। ਆਪਣੇ ਆਪ ਦੀ ਸੁਣਦੇ ਨੇ ਉਹ ਇੱਕ ਨਿੱਕੀ ਗੱਲ 'ਤੇ, ਕਿਉਂਕਿ ਇਸੇ ਕਰਕੇ ਤਾਂ ਸਟੇਨੇ ਹਾਲ ਨੂੰ ਇਹਨੂੰ ਕੀ ਕਿਹਾ ਸੀਗਾ ਸਟ੍ਰੈਸ ਅਤੇ ਸਟੋਰਮ ਏਜ ਵੀ ਕਿਹਾ ਸੀਗਾ, ਕਿਉਂਕਿ ਬੱਚਿਆਂ ਦੇ ਪੀਅਰ ਪ੍ਰੈਸ਼ਰ ਬੜਾ ਹੁੰਦਾ ਹੈ। ਕੀ ਹੁੰਦਾ ਜੀ ਬੱਚਿਆਂ ਦੇ ਪੀਅਰ ਪ੍ਰੈਸ਼ਰ, ਆਪਣੇ ਗਰੁੱਪ ਦਾ ਪ੍ਰੈਸ਼ਰ, ਆਪਣੇ ਯਾਰਾਂ ਦੋਸਤਾਂ ਦਾ ਜਿਹੜਾ ਪ੍ਰੈਸ਼ਰ ਬੜਾ ਹੁੰਦਾ ਹੈ। ਇੱਕ ਨੈਗੇਟਿਵ ਚੀਜ਼ਾਂ ਵੱਲ ਬੜੇ ਅਟਰੈਕਟਿਵ ਹੁੰਦੇ ਨੇ ਬੱਚੇ। ਠੀਕ ਹੈ ਜੀ। ਨੈਗੇਟਿਵ ਚੀਜ਼ਾਂ ਤੋਂ ਕੀ ਹੈ ਜੀ ਜ਼ਿਆਦਾ ਅਟਰੈਕਟਿਵ ਹੁੰਦੇ ਨੇ, ਨੈਗੇਟਿਵ ਚੀਜ਼ਾਂ ਨੂੰ ਪੋਜ਼ੀਟਿਵ ਦੇ ਨਾਲ ਕੀ ਹੈ ਜੀ ਜ਼ਿਆਦਾ, ਮਤਲਬ ਜਿਹੜੀ ਚੀਜ਼ ਚੰਗੀ ਨਹੀਂ ਹੈਗੀ ਹੈ ਨਾ ਉਹ ਬੱਚੇ ਉਸ ਪਾਸੇ, ਜਿਵੇਂ ਨਸ਼ੇ ਪੱਤੇ ਵਾਲੇ, ਇਸ ਏਜ ਦੇ ਵਿੱਚ ਕੀ ਹੈ ਬੱਚੇ ਜ਼ਿਆਦਾ ਨਸ਼ੇ ਪੱਤੇ ਦੇ ਵਿੱਚ ਇਸ ਏਜ ਦੇ ਵਿੱਚ ਪੈਂਦੇ ਨੇ। ਕਿਉਂ ਪੈਂਦੇ ਨੇ? ਕਿਉਂਕਿ ਸਟ੍ਰੈਸ ਸਟੋਰਮ ਏਜ ਹੈ। ਅਤੇ ਅੱਜ ਕੱਲ੍ਹ ਦੇ ਵਿੱਚ ਖਾਸ ਕਰਕੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ ਗਈ ਉਸ ਦੇ ਵਿੱਚ ਤਾਂ ਖਾਸ ਕਰਕੇ ਆ ਜਿਹੜੀ ਏਜ ਹੈ ਬੜੀ ਖਤਰਨਾਕ ਏਜ ਹੈ। ਠੀਕ ਹੈ। ਅਤੇ ਸਾਡੇ ਇੱਕ ਟੀਚਰ ਹੁੰਦੇ ਸੀਗੇ, ਉਹ ਸਾਨੂੰ ਸਪੈਸ਼ਲੀ ਕਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ, ਕਹਿੰਦੇ ਸੀ ਵੀ ਇਸ ਏਜ ਦੇ ਵਿੱਚ ਜਿਹੜਾ ਬੱਚਾ ਹੈ ਆਪਣੇ ਆਪ ਨੂੰ ਕੰਟਰੋਲ ਕਰ ਗਿਆ ਉਹ ਲਾਈਫ ਦੇ ਵਿੱਚ ਕੀ ਹੋ ਗਿਆ ਜੀ ਸਕਸੈਸ ਹੋ ਗਿਆ। ਤਾਂ ਇਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲਗਭਗ 13 ਤੋਂ 20 ਸਾਲ ਦੇ ਬੱਚੇ ਜਿਹੜੇ ਉਹ ਨਸ਼ੇ ਪੱਤੇ ਵਾਲੇ ਪਾਸੇ ਪੈਂਦੇ ਨੇ, ਗੈਂਗ ਵਾਲੇ ਪਾਸੇ ਪੈਂਦੇ ਨੇ, ਇਸੇ ਕਰਕੇ ਇਹਨੂੰ ਗੈਂਗ ਏਜ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉੱਪਰਲੇ ਤੋਂ ਗੈਂਗ ਏਜ ਸ਼ੁਰੂ ਹੋ ਜਾਂਦੀ ਹੈ ਨਾ, ਤਾਂ ਇਸ ਤੋਂ ਬਾਅਦ ਹੀ ਤੁਹਾਨੂੰ ਪਤਾ ਹੈ ਜੇ ਇਸ ਏਜ ਦੇ ਵਿੱਚ ਬੱਚਾ ਕੰਟਰੋਲ ਹੋ ਗਿਆ ਤਾਂ ਉਸ ਤੋਂ ਬਾਅਦ ਤਾਂ 20 ਸਾਲਾਂ ਦਾ ਬੱਚਾ ਕੀ ਹੈ ਸਿਆਣਾ ਹੋ ਜਾਂਦਾ। ਇਸ ਤੋਂ ਬਾਅਦ ਦਾ 20 ਸਾਲ ਵਾਲਾ ਜਿਹੜਾ ਬੱਚਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਦਾ ਉਹ ਕੀ ਆਪਣੇ ਫਿਊਚਰ ਦੀ ਉਹਨੂੰ ਕੀ ਹੋ ਜਾਂਦੀ ਹੈ ਟੈਨਸ਼ਨ ਹੋ ਜਾਂਦੀ ਹੈ, ਆਪਾਂ ਅੱਗੇ ਪੜ੍ਹਦੇ ਹਾਂ। ਠੀਕ ਹੈ ਜੀ। ਤਾਂ ਇਸ ਬੇਸ ਦੇ ਵਿੱਚ ਬੱਚੇ ਜਜ਼ਬਾਤੀ ਹੋ ਜਾਂਦੇ ਨੇ, ਅਤੇ ਇਸ ਉਮਰ ਦੇ ਬੱਚੇ ਨੈਗੇਟਿਵ ਚੀਜ਼ਾਂ ਨੂੰ ਪੋਜ਼ੀਟਿਵ ਚੀਜ਼ਾਂ ਦੇ ਨਾਲੋਂ ਕੀ ਹੈ ਜ਼ਿਆਦਾ ਜਲਦੀ ਗ੍ਰਹਿਣ ਕਰਦੇ ਨੇ। ਠੀਕ ਹੈ ਜੀ। ਕਾਰਨ ਕੀ ਹੈ ਜੀ ਪੀਅਰ ਪ੍ਰੈਸ਼ਰ, ਆਪਣੇ ਯਾਰਾਂ ਦੋਸਤਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਇਸ ਏਜ ਦੇ ਵਿੱਚ ਕਰਨਾ ਕੀ ਜਾਂਦਾ ਬਿਲੋਂਗਿੰਗਸ ਨੀਡਸ, ਮਤਲਬ ਕੀ ਹੈ ਮਾਂ ਪਿਓ ਨੂੰ ਇਸ ਏਜ ਦੇ ਵਿੱਚ ਬੱਚੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸੇ ਕਰਕੇ ਤਾਂ ਕਹਿੰਦੇ ਨਾ ਵੀ ਜਿਹੜੀ ਕੁੜੀ ਜਦੋਂ ਜਵਾਨ ਹੋ ਜਾਏ ਮਾਂ ਨੂੰ ਤਾਂ ਉਹਦਾ ਕੀ ਬਣ ਜਾਣਾ ਚਾਹੀਦਾ ਹੈ ਦੋਸਤ ਬਣ ਜਾਣਾ, ਤਾਂ ਜਿਹੜਾ ਮੁੰਡਾ ਜਦੋਂ ਜਵਾਨ ਹੋ ਜਾਏ ਤਾਂ ਪਿਓ ਨੂੰ ਉਹਦਾ ਦੋਸਤ ਬਣ ਜਾਣਾ ਚਾਹੀਦਾ। ਉਹਦੀ ਹਰੇਕ ਗੱਲ ਕੀ ਕਰਨੀ ਚਾਹੀਦੀ ਹੈ ਸ਼ੇਅਰ ਕਰਨੀ ਚਾਹੀਦੀ ਹੈ। ਠੀਕ ਹੈ ਜੀ। ਕਿਉਂਕਿ ਆਪਾਂ ਦੇਖਦੇ ਹਾਂ 13-14 ਸਾਲ ਦਾ ਬੱਚਾ ਲਗਭਗ ਕਿਹੜੀ ਕਲਾਸ ਦੇ ਵਿੱਚ ਹੋ ਜਾਂਦਾ ਜੀ, ਲਗਭਗ ਆਪਾਂ ਜੇ ਦੇਖੀਏ ਤਾਂ +1 10th +1 +2 ਇਸ ਏਜ ਦੇ ਵਿੱਚ ਬੱਚਾ ਚਲਾ ਜਾਂਦਾ ਹੈ। ਠੀਕ ਹੈ ਜੀ। ਇਸ ਏਜ ਦੇ ਵਿੱਚ ਜਦ ਮਤਲਬ 9th 10th ਦੇ ਵਿੱਚ ਵੀ ਆਪਾਂ ਜੇ ਲਗਾ ਲਈਏ ਤਾਂ 9th 10th ਵਾਲਾ ਬੱਚਾ ਕੀ ਭਾਲਦਾ ਜੀ, ਇਸ ਏਜ ਦੇ ਵਿੱਚ ਬੱਚੇ ਨੂੰ ਪੜ੍ਹਾਈ ਦਾ ਬੜਾ ਟੈਨਸ਼ਨ ਹੁੰਦਾ ਹੈ, ਪ੍ਰੈਸ਼ਰ ਹੁੰਦਾ ਹੈ। ਠੀਕ ਹੈ ਜੀ। ਤਾਂ ਇਸ ਏਜ ਦੇ ਵਿੱਚ ਬੱਚੇ ਨੂੰ ਥੋੜ੍ਹਾ ਜਿਹਾ ਪਿਆਰ ਨਾਲ ਡੀਲ ਕਰਨਾ ਪੈਂਦਾ ਹੈ। ਠੀਕ ਹੈ। ਪਿਆਰ ਨਾਲ ਬੱਚੇ ਨੂੰ ਕੀ ਕਰਨਾ ਪੈਂਦਾ ਜੀ ਡੀਲ ਕਰਨਾ ਪੈਂਦਾ ਹੈ। ਅਡੋਲੋਸੈਂਸ ਵਿੱਚ ਬੱਚੇ ਆਪਣੇ ਦੇਖੋ ਬੱਚੇ ਆਪਣੇ ਮਾਂ-ਬਾਪ ਤੋਂ ਕੀ ਹੋ ਜਾਂਦੇ ਨੇ ਬਾਗੀ ਹੋ ਜਾਂਦੇ ਨੇ, ਅਤੇ ਉਹ ਸਮਾਜਿਕ ਰਿਸ਼ਤਿਆਂ ਦਾ ਆਨੰਦ ਲੈਣਾ ਚਾਹੁੰਦੇ ਨੇ। ਠੀਕ ਆ। ਆਪਣੇ ਮਾਂ-ਬਾਪ ਤੋਂ ਕੀ ਹੋ ਜਾਂਦੇ ਨੇ ਬੱਚੇ ਥੋੜ੍ਹੇ ਜਿਹੇ ਬਾਗੀ ਹੋ ਜਾਂਦੇ ਨੇ। ਤਾਂ ਇਸ ਦੇ ਵਿੱਚ ਕੀ ਹੈ ਜੀ ਕਹਿੰਦਾ ਟੀਚਰ ਦਾ ਸਟੂਡੈਂਟਸ ਨਾਲ ਫਰੈਂਡਲੀ ਰਿਸ਼ਤਾ ਹੋਣਾ ਚਾਹੀਦਾ ਹੈ। ਟੀਚਰ ਨੂੰ ਵੀ ਸਟੂਡੈਂਟਸ ਨਾਲ ਇਸ ਤਰ੍ਹਾਂ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ। ਕਹਿੰਦਾ ਡੈਮੋਕ੍ਰੇਟਿਕ ਮਾਹੌਲ ਦੇਣਾ ਚਾਹੀਦਾ ਹੈ। ਇਸ ਦੇ ਵਿੱਚ ਜੇ ਬੱਚੇ ਨੂੰ ਨਾ ਆਪਾਂ ਡੈਮੋਕ੍ਰੇਟਿਕ ਮਾਹੌਲ ਨਾ ਦੇਵਾਂਗੇ ਤਾਂ ਤੁਸੀਂ ਦੇਖੋਗੇ
ਜਿਵੇਂ ਰਾਜਸਥਾਨ ਕੋਟੇ ਦੇ ਵਿੱਚ ਆਪਾਂ ਕਿੰਨੀਆਂ ਖਬਰਾਂ ਦੇਖਦੇ ਹਾਂ ਵੀ ਬੱਚੇ ਨੇ ਸੁਸਾਈਡ ਕਰ ਲਿਆ। ਹੁਣ ਉੱਥੋਂ ਦੀ ਗੱਲ ਛੱਡੋ, ਤੁਸੀਂ ਪਿੱਛੇ ਦੀ ਪੰਜਾਬ ਦੇ ਵਿੱਚ ਪਿਛਲੇ ਸਾਲ ਜਦੋਂ ਰਿਜ਼ਲਟ ਆਇਆ ਹੈ ਤਾਂ ਕਹਿੰਦੇ ਫਲਾਣੀ ਕੁੜੀ ਨੇ ਸੁਸਾਈਡ ਕਰ ਲਿਆ, ਪਰਸੈਂਟੇਜ ਘੱਟ ਆਈ ਸੀਗੀ। ਤਾਂ ਬੱਚੇ ਕੀ ਹੈ, ਥੋੜ੍ਹੇ ਜਿਹੇ ਪ੍ਰੈਸ਼ਰਾਈਜ਼ ਹੋ ਜਾਂਦੇ ਨੇ, ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਵੀ ਮੇਰੇ ਨੰਬਰ ਘੱਟ ਆਏ ਆ, ਮੇਰੇ ਪੈਰੈਂਟਸ ਕੀ ਕਹਿਣਗੇ। 3 Idiot ਮੂਵੀ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ। ਤਾਂ ਉੱਥੇ ਜਿਹੜਾ ਪ੍ਰੈਸ਼ਰ ਹੁੰਦਾ ਹੈ ਉਹ ਕਿਹਦਾ ਹੁੰਦਾ ਜੀ, ਪਰਸੈਂਟੇਜ 'ਤੇ ਹੀ ਜ਼ੋਰ ਹੁੰਦਾ ਵੀ ਹਾਂ ਫਲਾਣਾ ਜਵਾਕ ਕਿੰਨੇ ਪਰਸੈਂਟੇਜ ਲੈ ਕੇ ਆਇਆ ਹੈ। ਤਾਂ 3 Idiot ਮੂਵੀ ਦੇ ਵਿੱਚ ਵੀ ਆਪਾਂ ਨੂੰ ਆਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਜਾਂ ਇੱਕ ਮੂਵੀ ਹੋਰ ਸੀਗੀ ਤਾਰੇ ਜ਼ਮੀਂ ਪੇ, ਤਾਰੇ ਜ਼ਮੀਂ ਪੇ, ਠੀਕ ਹੈ ਜੀ, ਆਮੀਰ ਖਾਨ ਦੀ ਮੂਵੀ ਹੈ। ਈਸ਼ਾਨ ਜਿਹੜਾ ਮੁੰਡਾ ਹੁੰਦਾ ਹੈ, ਤਾਰੇ ਜ਼ਮੀਂ ਪੇ, ਠੀਕ ਹੈ, ਉਹ ਬੜੀ ਸੋਹਣੀ ਮੂਵੀ ਹੈ। ਜੇ ਟਾਈਮ ਲੱਗਿਆ ਤਾਂ ਮੂਵੀ ਜ਼ਰੂਰ ਦੇਖਿਓ। ਇਸ ਦੇ ਵਿੱਚ ਵੀ ਕੀ ਹੈ, ਆਹ ਚੀਜ਼ ਦਿਖਾਈ ਹੋਈ ਹੈ, ਠੀਕ ਹੈ ਜੀ, ਵੀ ਬੱਚੇ ਕਿਵੇਂ ਪ੍ਰੈਸ਼ਰਾਈਜ਼ਡ ਹੋ ਜਾਂਦੇ ਨੇ। ਠੀਕ ਹੈ ਦੋਸਤੋ, ਤਾਂ ਆਹ ਚੀਜ਼ ਕੀ ਸੀਗੀ, ਆਪਣੇ ਐਡੋਲੈਸੈਂਸ ਦੀਆਂ ਪਾਰਟਸ ਸੀਗੇ। ਟੀਚਰ ਦਾ ਸਟੂਡੈਂਟਸ ਨਾਲ ਫਰੈਂਡਲੀ ਬਿਹੇਵੀਅਰ, ਡੈਮੋਕ੍ਰੇਟਿਕ ਮਾਹੌਲ ਦੇਣਾ ਚਾਹੀਦਾ ਹੈ। ਤਣਾਅ ਦੀ ਬਜਾਏ ਕੋਆਪਰੇਟ ਕਰਨਾ ਚਾਹੀਦਾ ਹੈ, ਬੱਚੇ ਨੂੰ ਕੋਆਪਰੇਟ ਕਰਕੇ ਚੱਲਣਾ ਚਾਹੀਦਾ। ਆਟੋਨੋਮੀ, ਆਪਣੇ ਫੈਸਲੇ ਖੁਦ ਲੈਣਾ ਚਾਹੁੰਦਾ। ਬੱਚੇ ਕੀ ਹੈ, ਜੇ ਆਪਣੇ ਫੈਸਲੇ ਖੁਦ ਲੈਣਾ ਚਾਹੁੰਦਾ ਤਾਂ ਉਹਨੂੰ ਆਜ਼ਾਦੀ ਵੀ ਹੋਣਾ ਚਾਹੀਦਾ। ਬੱਚਾ ਕੀ ਪੜ੍ਹਨਾ ਚਾਹੁੰਦਾ ਹੈ, ਕੀ ਕਰਨਾ ਚਾਹੁੰਦਾ ਹੈ, ਬੱਚੇ ਨੂੰ ਆਪਣੇ ਨੂੰ ਆਜ਼ਾਦੀ ਹੁੰਦੀ ਹੈ। ਕਿਉਂਕਿ ਇਸ ਏਜ ਦੇ ਵਿੱਚ ਤੁਹਾਨੂੰ ਪਤਾ ਖਾਸ ਕਰਕੇ ਕੋਈ ਬੱਚੇ ਇੰਨਾ ਮੈਂਟਲ ਲੈਵਲ ਹੁੰਦਾ ਨਹੀਂ, ਅਤੇ ਬੱਚੇ ਕੀ ਪੇਰੈਂਟਸ ਕੀ ਕਰਦੇ ਨੇ, ਬੱਚੇ ਨੂੰ ਨੋਨ ਮੈਡੀਕਲ ਰਖਾ ਲੈਂਦੇ ਨੇ। ਅਤੇ ਆਪਾਂ ਕਿੰਨੇ ਕੇਸ ਸੁਣੇ ਸੀਗੇ, ਬਿਰਬੁੰਦੀ ਕੋਟੇ ਬੱਚੇ ਰਾਜਸਥਾਨ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਬੱਚੇ ਸੁਸਾਈਡ ਕਰ ਲੈਂਦੇ ਨੇ। ਠੀਕ ਹੈ ਜੀ, ਤਾਂ ਬੱਚੇ ਨੂੰ ਆਪਣੇ ਉਸ ਦੀ ਸਟੱਡੀ ਦੇ ਅਕੋਰਡਿੰਗ, ਉਹਦੇ ਇੰਟਰਸਟ ਦੇ ਅਕੋਰਡਿੰਗ ਬੱਚੇ ਨੂੰ ਪੜ੍ਹਨਾ ਚਾਹੀਦਾ, ਨਾ ਕਿ ਆਪਾਂ ਪੈਰੈਂਟਸ ਦੇ ਪ੍ਰੈਸ਼ਰ ਹੇਠ ਪੜ੍ਹਨਾ ਚਾਹੀਦਾ। ਠੀਕ ਹੈ ਜੀ, 3 Idiot ਮੂਵੀ ਇਹਦੀ ਬਹੁਤ ਵਧੀਆ ਐਗਜ਼ਾਮਪਲ ਹੈ, ਅਤੇ ਤਾਰੇ ਜ਼ਮੀਂ ਵੀ ਜਿਹੜੀ ਇਹਦੀ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ। ਠੀਕ ਹੈ ਜੀ, ਤਾਂ ਅੱਜ ਦਾ ਸੈਸ਼ਨ ਦੋਸਤੋ ਆਪਾਂ ਇੱਥੇ ਖਤਮ ਕਰਦੇ ਹਾਂ। ਜੇ ਸੈਸ਼ਨ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ, ਤਾਂ ਜੋ ਆਪਾਂ ਨੈਕਸਟ ਸੈਸ਼ਨ ਵੀ ਜਲਦੀ ਲੈ ਕੇ ਆਈਏ। ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨੇ ਹੈ ਵੀ ਨੈਕਸਟ ਸੈਸ਼ਨ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਆਉਣਾ। ਜੇ ਵਧੀਆ ਲੱਗਿਆ ਹੈ ਤਾਂ ਆਪਾਂ ਜ਼ਰੂਰ ਸੈਸ਼ਨ ਅਗਲਾ ਲੈ ਕੇ ਆਵਾਂਗੇ, ਅਤੇ ਕੋਸ਼ਿਸ਼ ਮੈਂ ਕਰੂੰਗਾ ਵੀ ਬੋਰਡ 'ਤੇ ਵੀ ਆਪਾਂ ਇਸ ਚੀਜ਼ ਨੂੰ ਲੈ ਕੇ ਆਈਏ। ਠੀਕ ਹੈ ਜੀ, ਤਾਂ ਜੋ ਵੀ ਹੈ, ਕੁਛ ਕਮੀਆਂ ਨੇ, ਪੇਸ਼ੀਆਂ ਨੇ, ਜੋ ਵੀ ਹੈ ਤੁਸੀਂ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ। ਠੀਕ ਹੈ ਜੀ, ਤਾਂ ਅੱਜ ਦੇ ਲਈ ਇੰਨਾ ਹੀ। ਥੈਂਕ ਯੂ, ਧੰਨਵਾਦ।